ਕੇਜਰੀਵਾਲ ਪੰਜਾਬ ਦੇ ਵਿੱਚ ਸਿਆਸਤ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ, ਸਰਕਾਰ ਬਣਾਉਣ ਦੀਆਂ ਗੱਲਾਂ ਤਾਂ ਕਰਦੇ ਨੇ, ਪਰ ਪੰਜਾਬ ਦੀ ਜਿਹੜੀ ਪਿਛਲੀ ਅਕਾਲੀ ਦਲ ਸਰਕਾਰ ਸੀ ਉਹਨਾਂ ਨਾਲ ਇਹਨਾਂ ਦੀ ਭਾਈਵਾਲੀ ਹੈ, ਇਸ ਕਰਕੇ ਉਹਨਾਂ ਦੀਆਂ ਬੱਸਾਂ ਨੂੰ ਇਹ 에ਅਰਪੋਰਟ ਤੱਕ ਜਾਣ ਦਿੰਦੇ ਨੇ ਜਾਂ ਰੋਕਦੇ ਨਹੀਂ। ਆਮ ਆਦਮੀ ਪਾਰਟੀ ਵੀ ਕਾਂਗਰਸ ਨਾਲ ਹੀ ਆਡਾ ਲੈਣ ਦੇ ਮਨ ਰੌਂ ਦੇ ਵਿੱਚ ਨਜ਼ਰ ਆਉਂਦੀ ਸੀ, ਚਾਹੇ ਉਹ ਸਿੱਖਿਆ ਦੀ ਗੱਲ ਹੋਵੇ, ਚਾਹੇ ਉਹ ਸਿਹਤ ਦੀ ਗੱਲ ਹੋਵੇ। ਜੇਕਰ ਅਸੀਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਾਂ, ਜੇ ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਹਾਂ ਤੇ ਫਿਰ ਇਹ ਸੋਚੀਏ ਕਿ ਅਸੀਂ 100% ਸਹੀ ਨਹੀਂ ਹੁੰਦੇ। ਕਿਸੇ ਅਗਲੀ ਘਟਨਾ ਦੇ ਵਿੱਚ ਅਸੀਂ ਗਲਤ ਹੋਵਾਂਗੇ, ਫਿਰ ਕਾਨੂੰਨ ਕਿਸੇ ਹੋਰ ਦੇ ਹੱਥ 'ਚ ਹੋਵੇਗਾ ਤੇ ਗਰਦਨ ਜਿਹੜੀ ਆ ਉਹ ਸਾਡੇ ਕੋਲ ਹੋਵੇਗੀ। ਪਰ ਲੱਗਦਾ ਆ ਕਿ ਉਹਨਾਂ ਨੇ ਜਿਹੜਾ ਸੰਨਿਆਸ ਲਿਆ ਉਹ 2-3 ਦਿਨ ਨਾਲ ਪਹਿਲਾਂ ਵਾਲੀ ਜਿਹੜੀ ਟਵੀਟ ਆ ਉਹਦੇ ਨਾਲ ਰਲਦੀ ਮਿਲਦੀ ਘਟਨਾ ਹੈ। ਤੇ ਜੇਕਰ ਨਵਜੋਤ ਸਿੰਘ ਸਿੱਧੂ ਜਿਹੋ ਜਿਹੀ ਇੱਕ ਨਵੀਂ ਟੀਮ, ਇੱਕ ਨਵੀਂ ਕਾਂਗਰਸ, ਇੱਕ ਨਵਾਂ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਨੇ ਤੇ ਮੈਨੂੰ ਜਾਤੀ ਤੌਰ ਤੇ ਇਦਾਂ ਲੱਗਦਾ ਕਿ ਉਹ ਜਿਹੜੇ ਹੰਡੇ ਹੋਏ ਸਿਆਸਤਦਾਨ ਨੇ ਉਹਨਾਂ ਨਾਲੋਂ ਥੋੜਾ ਜਿਹਾ ਵੱਖਰਾ, ਥੋੜਾ ਜਿਹਾ ਨਵਾਂ ਤੇ ਸੋਚਣਗੇ ਜੇ ਲੋਕ ਕਿ ਜਿਹੜੇ ਸਿੱਖਿਆ ਦੇਣ ਵਾਲੇ ਲੋਕ ਨੇ ਉਹਨਾਂ ਦੀ ਰਿਸਪੈਕਟ ਦਾ ਵੀ ਧਿਆਨ ਰੱਖਿਆ ਜਾਵੇ। ਆਮ ਤੌਰ ਤੇ ਟੀਚਰਾਂ ਦੀ ਕੁੱਟਮਾਰ ਦੀਆਂ ਖਬਰਾਂ ਰੋਜ਼ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੀ ਭਰਤੀ, ਉਹਨਾਂ ਦੀ ਪੱਕੀ ਭਰਤੀ, ਉਹਨਾਂ ਦੀਆਂ ਤਨਖਾਹਾਂ ਤੇ ਹੋਰ ਜੋ ਬਣਦਾ ਮਾਨ ਸਨਮਾਨ ਆ ਉਹ ਅਧਿਆਪਕਾਂ ਨੂੰ ਜਿਹੜਾ ਆ ਉਹ ਜ਼ਰੂਰ ਦੇਣਾ ਚਾਹੀਦਾ। ਕੀ ਸ਼ਰਤਾਂ ਹੋਣਗੀਆਂ ਇੱਕ ਔਰਤ ਦੀ ਰਸੋਈ ਦੇ ਵਿੱਚ ਨਿਯੁਕਤੀ ਕਰਨ ਤੋਂ ਪਹਿਲਾਂ, ਤੇ ਅਸੀਂ ਸਾਰੇ ਸਮਝ ਸਕਦੇ ਹਾਂ ਕਿ ਕਹਾਣੀਆਂ ਫਿਰ ਕਿਵੇਂ ਬਣਾਈਆਂ ਜਾਣ। ਹੁਣ ਤੇ ਇਦਾਂ ਲੱਗਦਾ ਕਿ ਧਰਮ ਹੀ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਿਖਾਉਂਦਾ ਆ। ਬੰਦੇ ਨੂੰ ਬੰਦੇ ਨਾਲ ਵੰਡਣ ਦੀਆਂ ਕਹਾਣੀਆਂ ਨਾ ਛੇੜੀਆਂ ਜਾਣ, ਕਿਉਂਕਿ ਕਿੰਨਾ ਕੁ ਫਰਕ ਹੋਣਾ ਆ ਉਸ ਔਰਤ ਦੀ ਬਣਾਈ ਹੋਈ ਰੋਟੀ ਦੇ ਵਿੱਚ ਤੇ ਕਿਸੇ ਹੋਰ ਔਰਤ ਦੀ ਬਣਾਈ ਹੋਈ ਰੋਟੀ ਦੇ ਵਿੱਚ। ਇਹ ਜਾਤ ਪਾਤ, ਇਹ ਧਰਮ, ਇਸ ਤੋਂ ਅੱਗੇ ਨਿਕਲ ਕੇ ਸੋਚਣ ਦੀ ਲੋੜ ਹੈ। ਉਹ ਕਹਿੰਦੇ ਆਪਣੇ ਆਪਣੇ ਪੱਤੇ ਸਾਡੇ ਸਾਹਮਣੇ ਰੱਖ ਦਿਓ, ਜਿਹੜੀ ਸੀਟ ਦਾ ਵਿਨਿੰਗ ਕੈਂਡੀਡੇਟ ਹੋਊਗਾ ਉਹਨੂੰ ਟਿਕਟ ਦੇ ਦਿਆਂਗੇ। ਪਰ ਸਿੱਧੂ ਸਾਹਿਬ ਨੇ ਇੱਕ ਕੰਮ ਸ਼ੁਰੂ ਕਰ ਦਿੱਤਾ ਕਿ ਜਿੱਥੇ ਵੀ ਰੈਲੀ ਕਰਨ ਜਾਂਦੇ ਨੇ ਸੁਖਬੀਰ ਵਾਲੇ ਸਟਾਈਲ 'ਚ, ਉੱਥੇ ਜਿਹੜਾ ਮੌਜੂਦਾ ਹਲਕਾ ਇੰਚਾਰਜ ਜਾਂ ਜਿਹੜਾ ਬੰਦਾ ਉਹਨਾਂ ਦੇ ਨੇੜਲਾ ਹੁੰਦਾ ਉਹਨੂੰ ਥਾਪੀ ਜ਼ਰੂਰ ਦੇ ਦਿੰਦੇ ਨੇ। ਤੇ ਇਹ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਜਿਹੜੀ ਵੱਖਰੀ ਸੋਚ ਹੈ ਉਹਦੇ ਬਾਰੇ ਵੀ ਸਿੱਧੂ ਸਾਹਿਬ ਨੂੰ ਹੀ ਪਤਾ ਹੋਣਾ, ਕਿਉਂਕਿ ਉਹਨਾਂ ਦੀ ਹੁਣ ਤੱਕ ਕੋਈ ਵੱਡੀ ਪੋਲੀਟੀਕਲ ਸੋਚ ਰਾਹੁਲ ਗਾਂਧੀ ਦੀ ਤੇ ਨਿਕਲ ਕੇ ਅੱਜ ਤੱਕ ਸਾਹਮਣੇ ਆਈ ਨਹੀਂ। ਸਾਧਵੀ ਅੰਨਪੂਰਣਾ, ਇਹ ਕੁਝ ਅਜਿਹੇ ਲੋਕ ਨੇ ਜਿਹੜੇ ਅਕਸਰ ਜਦੋਂ ਬੋਲਦੇ ਨੇ ਉਹ ਖਾਸ ਤੌਰ ਤੇ ਮੁਸਲਮਾਨ ਸਮਾਜ ਦੇ ਖਿਲਾਫ ਹੀ ਬੋਲਦੇ ਨੇ। ਉੱਥੇ ਵੀ ਉਹਨਾਂ ਨੇ ਕੁਝ ਅਜਿਹੇ ਭਾਸ਼ਣ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਇਸ ਕੰਮ ਲਈ ਵੀ ਲੋਕਾਂ ਨੂੰ ਤਿਆਰ ਹੋਣ ਲਈ ਕਿਹਾ ਕਿ ਇਹਨਾਂ ਲੋਕਾਂ ਨੂੰ ਜਾਨੋਂ ਮਾਰ ਕੇ ਹੀ ਸਾਡੇ ਸਮਾਜ ਚੋਂ ਮੁਕਾਇਆ ਜਾਵੇਗਾ। ਚੰਨੀ ਸਾਹਿਬ ਦਾ ਜਿਹੜਾ ਬਿਆਨ ਆ ਉਹ ਵੀ ਸਾਨੂੰ ਬਹੁਤ ਕੁਝ ਚੰਗਾ ਨਹੀਂ ਲੱਗਾ। ਉਹਨਾਂ ਨੇ ਕਿਹਾ ਕਿ ਮਜੀਠੀਏ ਤੇ ਪਰਚਾ ਹੋਇਆ, ਇਸ ਕਰਕੇ ਬੰਬ ਧਮਾਕਾ ਹੋਇਆ। ਪਰ ਹੁਣ ਉਸ ਤੋਂ ਬਾਅਦ ਇੱਕ ਕਰੋਨਾ ਤੇ ਇੱਕ ਕਿਸਾਨ ਅੰਦੋਲਨ, ਇਹਨਾਂ ਦੋਨਾਂ ਚੀਜ਼ਾਂ ਨੇ ਉੱਥੇ ਇੱਕ ਵੱਡਾ ਡੈਂਟ ਜਿਹੜਾ ਆ ਉਹ ਯੂਪੀ ਦੇ ਵਿੱਚ ਜ਼ਰੂਰ ਪਾਇਆ। ਉੱਤਰ ਪ੍ਰਦੇਸ਼ ਦੀ ਕਹਾਣੀ ਨੂੰ ਜੇ ਸਮਝੀਏ ਤਾਂ ਇਦਾਂ ਲੱਗਦਾ ਕਿ ਇਹਨਾਂ ਨੇ 2-3 ਤਰੀਕਿਆਂ ਦੇ ਨਾਲ ਪੂਰੇ ਦੇ ਪੂਰੇ ਮੁਲਕ ਨੂੰ ਹੀ ਵੰਡ ਲਿਆ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਤੇ ਆਰ-ਪਾਰ ਦੀ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਪਹੁੰਚ ਗਏ ਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੱਗੇ ਉਹਨਾਂ ਨੇ ਧਰਨਾ ਲਗਾ ਦਿੱਤਾ ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਉਹਨਾਂ ਨੂੰ ਧਰ ਦਬੋਚਿਆ ਹੈ। ਤੇ ਜੇ ਗੱਲ ਕਰੀਏ ਅਸੀਂ ਕ੍ਰਿਕਟਰ ਹਰਭਜਨ ਸਿੰਘ ਦੀ, ਤਾਂ ਉਹਨਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਕਿ ਉਹ ਰਾਜਨੀਤੀ ਵੱਲ ਜਾਣਗੇ। ਇਸ ਤੇ ਵੀ ਵਿਸਥਾਰ ਨਾਲ ਚਰਚਾ ਕਰਾਂਗੇ। ਉੱਤਰਾਖੰਡ ਦੇ ਚੰਪਾਰਨ ਵਿੱਚ ਇੱਕ ਅਜਿਹੀ ਘਟਨਾ, ਜਾਂ ਇੰਜ ਕਹੀਏ ਕਿ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਸ ਗੱਲ ਤੇ ਕਿ ਸਾਰੇ ਬਰਾਬਰ ਨੇ, ਸਮਾਨਤਾ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਹੈ। ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸ਼ਰਮਾ ਜੀ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ, ਜੋ ਦਿੱਲੀ ਪਹੁੰਚ ਗਏ ਨੇ ਤੇ ਦਿੱਲੀ ਜਾ ਕੇ ਉਹਨਾਂ ਨੇ ਕੇਜਰੀਵਾਲ ਦੇ ਘਰ ਦੇ ਅੱਗੇ ਧਰਨਾ ਲਗਾ ਦਿੱਤਾ ਹੈ। ਉਸ ਤੋਂ ਬਾਅਦ ਪੁਲਿਸ ਵੀ ਐਕਸ਼ਨ ਵਿੱਚ ਆ ਗਈ ਹੈ। ਕੀ ਕਹਿਣਾ ਚਾਹੋਗੇ ਕਿ ਆਖਿਰ ਕੀ ਕਾਰਨ ਰਹੇ ਕਿ ਰਾਜਾ ਵੜਿੰਗ ਨੂੰ ਦਿੱਲੀ ਜਾਣਾ ਪਿਆ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੱਗੇ ਧਰਨੇ ਮੂਹਰੇ ਬਹਿਣਾ ਪਿਆ? ਹਰਪ੍ਰੀਤ ਜੀ, ਅਸੀਂ ਬਹੁਤ ਲੋਕਾਂ ਦੀ ਜਿਹੜੀ ਚੰਗੇ ਕੰਮ ਹੁੰਦੇ ਆ ਉਹਦੀ ਸ਼ਲਾਘਾ ਕਰਦੇ ਆ, ਤੇ ਜਦੋਂ ਕਿਤੇ ਕੁਝ ਗਲਤ ਹੋਵੇ ਫਿਰ ਅਸੀਂ ਉਹਦੀ ਜਿਹੜੀ ਗੱਲ ਆ ਉਹ ਦੂਸਰੇ ਪਾਸੇ ਤੋਂ ਵੀ ਜ਼ਰੂਰ ਦੱਸਦੇ ਆ ਜੀ। ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਉਹਨਾਂ ਦੀਆਂ ਅਸੀਂ ਬਹੁਤ ਵਾਰ ਚੰਗੀਆਂ ਗੱਲਾਂ ਇਹ ਗੱਲ ਸਾਹਮਣੇ ਲੈ ਕੇ ਆਂਦੀ ਕਿ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਟਰਾਂਸਪੋਰਟ ਮੰਤਰੀ ਦੇ ਤੌਰ ਤੇ ਕੰਮ ਕਰਨ ਦਾ, ਤੇ ਉਹਨਾਂ ਨੇ ਕਾਫੀ ਜਿਹੜੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਉਹ ਕਰ ਸਕਦੇ ਸੀ। ਜੀ।
ਉਹ ਹੋਏ ਜਾਂ ਨਹੀਂ ਹੋਏ ਉਹ ਬਾਅਦ ਦੀ ਗੱਲ ਆ, ਪਰ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਤੇ ਬਾਅਦ ਵਿੱਚ ਵੱਖ-ਵੱਖ ਸਮਿਆਂ ਤੇ ਪ੍ਰੈਸ ਕਾਨਫਰੰਸ ਰਾਹੀਂ ਵੀ ਇਹ ਗੱਲ ਰੱਖੀ ਹੈ ਸਾਹਮਣੇ ਕਿ ਉਹਨਾਂ ਨੇ ਕਈ ਕਰੋੜਾਂ ਦਾ ਟੈਕਸ ਜਿਹੜਾ ਆ ਉਹ ਉਹਦਾ ਪੰਜਾਬ ਸਰਕਾਰ ਦਾ ਜਿਹੜਾ ਆ ਉਹ ਕਲੈਕਟ ਕੀਤਾ ਤੇ ਬਹੁਤ ਸਾਰੇ ਪੈਸੇ ਬਚਾਏ। ਬੱਸਾਂ ਦੀ ਵੀ ਗੱਲ ਕਰਦੇ ਸੀ ਕਿ ਕੁਝ ਸੈਂਕੜੇ ਬੱਸਾਂ ਜਿਹੜੀਆਂ ਨਵੀਆਂ ਉਹ ਜਲਦੀ ਆ ਜਾਣੀਆਂ, ਉਹਦੇ ਇਸ਼ਤਿਹਾਰ ਅਸੀਂ ਵੇਲੇ ਕਵੇਲੇ ਰੋਜ਼ ਛੋਟੀਆਂ ਵੱਡੀਆਂ ਅਖਬਾਰਾਂ 'ਚ ਦੇਖਦੇ ਰਹਿੰਦੇ ਹਾਂ। ਕੱਲ੍ਹ ਦੀ ਵੀ ਇੱਕ ਖਬਰ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੇਤੀ 5 ਨਵੀਆਂ ਬੱਸਾਂ ਮਿਲਣੀਆਂ ਨੇ। ਸੋ ਉਹਨਾਂ ਦੇ ਜਿਹੜੇ ਚੰਗੇ ਕੰਮ ਹੈ ਉਹਨਾਂ ਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ। ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਇਸ ਗੱਲ ਲਈ ਥੋੜ੍ਹੀ ਜਿਹੀ ਝਟਕਾ ਜ਼ਰੂਰ ਲੱਗਿਆ ਸੀਗਾ ਕਿ ਜਿਹੜੀਆਂ ਬੱਸਾਂ ਉਹਨਾਂ ਨੇ ਵੱਡੇ ਘਰਾਣਿਆਂ ਦੀਆਂ ਫੜੀਆਂ ਸੀ ਉਹਨਾਂ ਦਾ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਪੱਕੀ ਤੌਰ 'ਤੇ ਫੜ ਕੇ ਨਹੀਂ ਰੱਖ ਸਕੇ ਜਾਂ ਉਹਨਾਂ ਦੇ ਜਿਹੜੇ ਪਰਮਿਟ ਸੀ ਰੱਦ ਕੀਤੇ ਉਹ ਕੋਰਟ ਦੇ ਹੁਕਮਾਂ ਦੇ ਨਾਲ ਉਹਨਾਂ ਨੂੰ ਉਹ ਦੁਬਾਰਾ ਛੱਡਣੇ ਪਏ। ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਵੀ ਪਹੁੰਚੇ ਤੇ ਸੁਪਰੀਮ ਕੋਰਟ ਨੇ ਵੀ ਇੱਕ ਸਖਤ ਤੁਸੀਂ ਟਿੱਪਣੀ ਕਹਿ ਸਕਦੇ ਆ, ਉਹਨਾਂ ਨੇ ਕੋਰਟ ਨੇ ਇਹ ਕਿਹਾ ਕਿ ਇਹ ਜਿਹੜਾ ਮਸਲਾ ਆ ਇਹ ਸਿਆਸਤ ਦਾ ਲੱਗਦਾ ਤੇ ਸਿਆਸਤ ਨੂੰ ਤੁਸੀਂ ਸੂਬੇ ਦੇ ਵਿੱਚ ਸਿਆਸਤ ਦੇ ਵਿੱਚ ਹੀ ਹੱਲ ਕਰੋ, ਸਾਡੇ ਕੋਲ ਨਾ ਲੈ ਕੇ ਆਓ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਇਸ ਪਰਮਿਟ ਰੱਦ ਕਰਨ ਦੀ ਜਿਹੜੀ ਗੱਲ ਆ ਉਹਨੂੰ ਜ਼ਰੂਰ ਖਾਰਜ ਕੀਤਾ ਜਾਂਦਾ, ਪਰ ਉਸ ਤੋਂ ਬਾਅਦ ਜੇ ਇਹ ਟਰਾਂਸਪੋਰਟਰ ਕਿਸੇ ਹੋਰ ਗੱਲ ਲਈ ਉਲੰਘਣਾ ਕਰਦੇ ਕਿਸੇ ਕਾਨੂੰਨ ਦੀ ਫੜੇ ਜਾਂਦੇ ਨੇ ਤਾਂ ਤੁਸੀਂ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਕਰਨ ਲਈ ਖੁੱਲੇ ਹੋ, ਤੁਹਾਡੇ ਕੋਲ ਅਧਿਕਾਰ ਹਨ, ਤੁਸੀਂ ਟਰਾਂਸਪੋਰਟ ਮੰਤਰੀ ਹੋ। ਹੁਣ ਜਿਹੜੀ ਤਾਜ਼ਾ ਘਟਨਾਕ੍ਰਮ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ, ਇੱਕ ਤੇ ਅਮਰਿੰਦਰ ਸਿੰਘ ਕਹਿੰਦੇ ਆ ਕਈ ਵਾਰੀ ਕੈਪਟਨ ਸਾਹਿਬ ਯਾਦ 'ਚ ਆ ਜਾਂਦੇ ਨੇ। ਬਿਲਕੁਲ, ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੜਿੰਗ ਪਿੰਡ ਹੈ ਉੱਥੋਂ ਦੇ ਨੇ, ਇਸੇ ਕਰਕੇ ਨਾਲ ਲਾਉਂਦੇ ਨੇ ਤੇ ਗਿੱਦੜਬਾਹੇ ਤੋਂ MLA ਨੇ। ਗਿੱਦੜਬਾਹਾ ਪੰਜਾਬ ਦੀ ਬਹੁਤ ਵਕਾਰੀ ਸੀਟ ਰਹੀ ਆ, ਬਾਦਲ ਸਾਹਿਬ ਇੱਥੋਂ ਲੜਦੇ ਰਹੇ, ਮਨਪ੍ਰੀਤ ਬਾਦਲ ਨੇ ਇੱਥੋਂ ਸੀਟ ਲੜੀ ਤੇ ਮਨਪ੍ਰੀਤ ਬਾਦਲ ਨੂੰ ਹੀ ਹਰਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ, ਤੇ ਹੁਣ ਵੀ ਉਹਨਾਂ ਦਾ ਮੁਕਾਬਲਾ ਉੱਥੇ ਅਕਾਲੀ ਦਲ ਦੇ ਵੱਡੇ ਲੀਡਰ ਨਾਲ ਆ, ਜਿਸ ਕਰਕੇ ਉਹ ਕਈ ਵਾਰ ਇਸ ਗੱਲ ਲਈ ਵੀ ਇਹਨਾਂ ਨੂੰ ਦੇਖਿਆ ਜਾਂਦਾ ਕਿ ਇਹ ਆਪਣੀ ਜਿਹੜੀ ਆ ਸਿਆਸੀ ਰੰਜਿਸ਼ ਨੂੰ ਹੀ ਆਪਣੇ ਡਿਪਾਰਟਮੈਂਟ ਦੇ ਥਰੂ ਰਨ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਲਾਂਕਿ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਆਪਣੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕਾਫੀ ਚੰਗੇ ਕੰਮ ਕਰਨ ਦੀ ਜਿਹੜੀ ਆ ਉਹ ਪਿਰਤ ਪਾਈ, ਤੇ ਜਿਸ ਤਰੀਕੇ ਦੇ ਨਾਲ ਉਹ ਦੇਰ ਸਵੇਰ ਹਨੇਰੇ ਤੇ ਰਾਤ ਨੂੰ ਬੱਸਾਂ ਦੀ ਚੈਕਿੰਗ ਕਰਦੇ ਨਜ਼ਰ ਆਉਂਦੇ ਸੀ ਤੇ ਅਸੀਂ ਕਈ ਵਾਰ ਆਫ ਦਾ ਰਿਕਾਰਡ ਇਹ ਗੱਲਾਂ ਵੀ ਕਰਦੇ ਸੀ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਆਪਣਾ ਧਿਆਨ ਵੀ ਰੱਖਣਾ ਚਾਹੀਦਾ, ਕਿਉਂਕਿ ਹਾਲਾਤ ਜਿਹੜੇ ਨੇ ਉਹ ਕਈ ਵਾਰ ਅਸੀਂ ਜਾਣਦੇ ਹਾਂ ਕਿ ਮਾਫੀਆ ਜਦੋਂ ਤੁਸੀਂ ਉਹਨੂੰ ਹੱਥ ਪਾਉਂਦੇ ਆ, ਖਾਸ ਤੌਰ ਤੇ ਟਰਾਂਸਪੋਰਟ ਵਰਗਾ ਮਾਫੀਆ, ਤੇ ਕਿਸੇ ਵੀ ਵੇਲੇ ਕੋਈ ਅਣਸੁਖਾਵੀਂ ਘਟਨਾ ਜਿਹੜੀ ਆ ਉਹ ਤੁਹਾਨੂੰ ਉਹਦੇ ਨਾਲ 2-4 ਹੋਣਾ ਪੈ ਸਕਦਾ। ਜੀ ਸ਼ਰਮਾ ਜੀ, ਹੁਣ ਕੀ ਸਬੱਬ ਬਣਿਆ ਕਿ ਉਹਨਾਂ ਨੂੰ ਦਿੱਲੀ ਜਾਣਾ ਪਿਆ ਤੇ ਉੱਥੇ ਜਾ ਕੇ ਧਰਨਾ ਲਾਉਣਾ ਪਿਆ? ਦੇਖੋ, ਇਹ ਪਹਿਲਾਂ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਰਾਜਾ ਵੜਿੰਗ ਕਰ ਚੁੱਕੇ ਨੇ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਸਿਆਸਤ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ, ਸਰਕਾਰ ਬਣਾਉਣ ਦੀਆਂ ਗੱਲਾਂ ਤਾਂ ਕਰਦੇ ਨੇ, ਪਰ ਪੰਜਾਬ ਦੀ ਜਿਹੜੀ ਪਿਛਲੀ ਅਕਾਲੀ ਦਲ ਸਰਕਾਰ ਸੀ ਉਹਨਾਂ ਨਾਲ ਇਹਨਾਂ ਦੀ ਭਾਈਵਾਲੀ ਹੈ, ਇਸ ਕਰਕੇ ਉਹਨਾਂ ਦੀਆਂ ਬੱਸਾਂ ਨੂੰ ਇਹ ਏਅਰਪੋਰਟ ਤੱਕ ਜਾਣ ਦਿੰਦੇ ਨੇ ਜਾਂ ਰੋਕਦੇ ਨਹੀਂ। ਤੇ ਉਦੋਂ ਅਸੀਂ ਵੀ ਸੋਚਦੇ ਸੀ ਕਿ ਰਾਜਾ ਜੀ ਜੇ ਉਹ ਉੱਥੋਂ ਨਹੀਂ ਰੋਕਦੇ ਤੇ ਤੁਸੀਂ ਇੱਥੋਂ ਰੋਕ ਲਓ, ਪਰ ਹੁਣ ਇਹ ਗੱਲ ਬਿਲਕੁਲ ਠੀਕ ਆ ਕਿ ਉਹਨਾਂ ਨੇ ਵੇਲੇ ਕਵੇਲੇ ਕਾਫੀ ਬੱਸਾਂ ਦੀ ਜਿਹੜੀ ਚੈਕਿੰਗ ਕੀਤੀ, ਬਹੁਤ ਸਾਰੀਆਂ ਰੋਕੀਆਂ ਵੀ। ਹੁਣ ਉਹਨਾਂ ਨੇ ਦਿੱਲੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਮੂਹਰੇ ਇਸ ਕਰਕੇ ਧਰਨਾ ਲਾਇਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਾਫੀ ਦਿਨ ਪਹਿਲਾਂ ਕਿ ਮੈਂ ਇਹਨਾਂ ਨੂੰ ਕਈ ਵਾਰ ਚਿੱਠੀ ਲਿਖੀ ਆ ਤੇ ਇਹ ਉਹਦਾ ਜਵਾਬ ਨਹੀਂ ਦਿੰਦੇ ਤੇ ਮੇਰੀ ਜਿਹੜੀ ਆ ਮੁਸ਼ਕਲ ਉਹਦਾ ਹੱਲ ਨਹੀਂ ਕਰਦੇ। ਰਾਜਾ ਵੜਿੰਗ ਦਾ ਇਹ ਕਹਿਣਾ ਸੀਗਾ ਕਿ ਦਿੱਲੀ ਦੀ ਸਰਕਾਰ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਦਿੰਦੀ ਤੇ ਉਹਨਾਂ ਨੂੰ ਉੱਥੇ ਰੋਕਿਆ ਜਾਂਦਾ। ਤੇ ਇਹ ਗੱਲ ਬਿਲਕੁਲ ਠੀਕ ਆ ਹਰਪ੍ਰੀਤ ਜੀ, ਕਿਉਂਕਿ ਜਿਹੜੀ ਆ ਟਰਾਂਸਪੋਰਟ ਡਿਪਾਰਟਮੈਂਟ ਆ ਉਹਦੇ ਅਧੀਨ ਸ਼ਾਇਦ ਉਹ ਬੱਸ ਸਟੈਂਡ ਤੱਕ ਹੀ ਜਾ ਸਕਦੀ ਹੋਵੇ, ਪਰ ਇਹ ਗੱਲ ਵੀ ਨਾਲ ਦੀ ਨਾਲ ਸਹੀ ਆ ਕਿ ਕੁਝ ਬੱਸਾਂ ਜਿਨ੍ਹਾਂ ਦੇ ਕੋਲ ਕੁਝ ਵੱਖਰੇ ਪਰਮਿਟ ਹੋਣਗੇ ਉਹ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਏਅਰਪੋਰਟ ਤੱਕ ਜਾਂਦੀਆਂ ਨੇ। ਸੋ ਰਾਜਾ ਵੜਿੰਗ ਇੱਕ ਮਸਲੇ ਨੂੰ ਲੈ ਕੇ ਉੱਥੇ ਪਹੁੰਚੇ, ਉਹਨਾਂ ਨੇ ਉਹਦੇ ਘਰ ਦੇ ਬਾਹਰ ਧਰਨਾ ਦਿੱਤਾ ਤੇ ਹੁਣੇ ਤੁਸੀਂ ਦੱਸਿਆ ਕਿ ਉੱਥੋਂ ਪੁਲਿਸ ਨੇ ਵੀ ਉਹਨਾਂ ਨੂੰ ਫੜਿਆ। CM ਸਾਹਿਬ ਦੇ ਘਰ ਦੇ ਬਾਹਰ ਬੈਠਿਆਂ ਪੁਲਿਸ ਨੇ ਫੜਿਆ ਹੋਣਾ, ਫੜ ਕੇ ਇਹਤਿਆਤਨ ਤੌਰ ਤੇ ਉਹਨਾਂ ਨੂੰ ਥੋੜ੍ਹੀ ਦੂਰ ਲੈ ਕੇ ਜਾਣਗੇ ਜਾਂ ਹੋ ਸਕਦਾ ਥੋੜ੍ਹੀ ਦੇਰ ਤੱਕ ਥਾਣੇ ਕਿਸੇ ਕਾਰਵਾਈ ਲਈ ਲੈ ਕੇ ਜਾਣ ਤੇ ਬਾਅਦ ਵਿੱਚ ਉਹਨਾਂ ਨੂੰ ਛੱਡ ਦੇਣ, ਕਿਉਂਕਿ ਅਜਿਹੇ ਕੇਸਾਂ ਦੇ ਵਿੱਚ ਆਮ ਤੌਰ ਤੇ ਇਦਾਂ ਹੁੰਦਾ ਆ। ਦੇਖੋ, ਇਹ ਘਟਨਾ ਜਿਹੜੀ ਆ ਇਹਨੂੰ ਸਿਆਸਤ ਦੇ ਨਜ਼ਰੀਏ ਤੋਂ ਜ਼ਰੂਰ ਦੇਖਿਆ ਜਾਵੇਗਾ ਕਿਉਂਕਿ ਪੰਜਾਬ ਦੀ ਕਾਂਗਰਸ ਬਹੁਤ ਦਿਨਾਂ ਤੋਂ ਆਪਣੀ ਲੜਾਈ ਦੇ ਵਿੱਚ ਮੁੱਖ ਪ੍ਰਤੀਦਵੰਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਦੇਖ ਰਹੀ ਸੀ। ਅਜਿਹਾ ਇਸ ਕਰਕੇ ਵੀ ਸੀ ਕਿਉਂਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਨਾਲ ਹੀ ਆਡਾ ਲੈਣ ਦੇ ਮਨ ਰੌਂ ਦੇ ਵਿੱਚ ਨਜ਼ਰ ਆਉਂਦੀ ਸੀ, ਚਾਹੇ ਉਹ ਸਿੱਖਿਆ ਦੀ ਗੱਲ ਹੋਵੇ, ਚਾਹੇ ਉਹ ਸਿਹਤ ਦੀ ਗੱਲ ਹੋਵੇ,
ਤੇ ਚਾਹੇ ਉਹ ਕੋਈ ਹੋਰ ਪੰਜਾਬ ਦੇ ਮੁੱਦੇ ਉਠਾਉਣੇ ਹੋਣ, ਉਹਨਾਂ ਨੂੰ ਲੱਗਦਾ ਸੀਗਾ ਕਿ ਅਕਾਲੀ ਦਲ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾਸ਼ੀਏ ਤੇ ਰਹਿਣ ਵਾਲੀ ਸਿਆਸੀ ਧਿਰ ਆ ਜੀ। ਤੇ ਇਸੇ ਤਰ੍ਹਾਂ ਤੁਹਾਡਾ ਅਗਲਾ ਜਿਹੜੀ ਗੱਲ ਆ ਕਿ ਕੇਜਰੀਵਾਲ ਸਾਹਿਬ ਵੀ ਪੰਜਾਬ ਆਏ ਹੋਏ ਨੇ, ਉਹਨਾਂ ਨੇ ਫਿਰ ਅੱਜ ਉਹ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਤੇ ਤਾਜ਼ਾ ਬੰਬ ਕਾਂਡ ਤੇ ਲੈ ਕੇ ਵੀ ਉਹਨਾਂ ਨੇ ਇਹ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਆਊਗੀ ਅਗਲੀ ਵਾਰ ਤੇ ਅਸੀਂ ਉੱਥੇ ਜਿਹੜੀ ਹੈਗੀ ਆ ਪੰਜਾਬ ਦੀ ਸੁਰੱਖਿਆ ਆ ਉਹਨੂੰ ਚੱਕ-ਚਬੰਦ ਕਰਾਂਗੇ, ਸਕੂਲਾਂ ਦੇ ਚੰਗੇ ਪ੍ਰਬੰਧ ਦੀ ਗੱਲ ਕੀਤੀ ਤੇ ਹੋਰ ਜਿਹੜੀਆਂ ਪਿਛਲੀਆਂ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਉਹਨਾਂ ਨੇ ਗਣਾਈਆਂ। ਜੀ ਸ਼ਰਮਾ ਜੀ, ਜਿਹੜੇ ਰਾਜਾ ਵੜਿੰਗ ਨੇ ਉਹ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ, ਬਲਕਿ ਅਸੀਂ ਕਹਾਂਗੇ ਕਿ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਪਹੁੰਚੇ ਨੇ ਤੇ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਗਰੰਟੀਆਂ ਦੇਣ ਲਈ ਪੰਜਾਬ ਪਹੁੰਚ ਚੁੱਕੇ ਨੇ। ਤੇ ਜੇ ਹੁਣ ਅਸੀਂ ਗੱਲ ਕਰੀਏ ਕਿ ਕਪੂਰਥਲਾ ਦੇ ਵਿੱਚ ਜਿਹੜੀ ਬੇਦਬੀ ਹੋਈ ਸੀ ਉਸ ਦੇ ਲਈ ਸੀਐਮ ਚੰਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੇ ਰਿਪੋਰਟਾਂ ਵੀ ਸਾਡੇ ਸਾਹਮਣੇ ਇਹ ਆ ਰਹੀਆਂ ਨੇ ਕਿ ਅਸਲ ਵਿੱਚ ਬੇਦਬੀ ਨਹੀਂ ਹੋਈ ਤੇ ਇਸੇ ਨੂੰ ਲੈ ਕੇ ਜਿਹੜੇ ਉਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੀ ਅਮਰਜੀਤ ਸਿੰਘ, ਉਹਨਾਂ ਤੇ 302 ਦਾ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਕੀ ਕਹਿਣਾ ਚਾਹੋਗੇ? ਦੇਖੋ ਹਰਪ੍ਰੀਤ ਜੀ, ਤੁਹਾਡੀ ਗੱਲ ਬਿਲਕੁਲ ਠੀਕ ਆ। ਇਹ ਰਿਪੋਰਟਾਂ ਜਿਹੜੀਆਂ ਤੁਸੀਂ ਹੁਣੇ ਸ਼ਬਦ ਵਰਤਿਆ ਕਿ ਇਹੋ ਜਿਹੀਆਂ ਖਬਰਾਂ ਜਾਂ ਰਿਪੋਰਟਾਂ ਆ ਰਹੀਆਂ ਕਿ ਬੇਅਦਬੀ ਨਹੀਂ ਹੋਈ, ਪਰ ਅਸੀਂ ਇਸ ਗੱਲ ਨੂੰ ਅਸੀਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਇਦਾਂ ਨਹੀਂ ਕਹਿੰਦੇ ਕਿ ਬੇਅਦਬੀ ਨਹੀਂ ਹੋਈ, ਬਿਲਕੁਲ, ਕਿਉਂਕਿ ਮਾਮਲਾ ਜਿਹੜਾ ਆ ਪੁਲਿਸ ਦੀ ਜਾਂਚ ਦੇ ਅਧੀਨ ਆ ਤੇ ਅਸੀਂ ਸੋਸ਼ਲ ਮੀਡੀਆ ਜਾਂ ਕਿਸੇ ਦੀ ਖਬਰ ਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ ਬੇਅਦਬੀ ਨਹੀਂ ਹੋਈ, ਕਿਉਂਕਿ ਪਹਿਲਾਂ ਵੀ ਮੀਡੀਆ ਦੇ ਉੱਤੇ ਬਹੁਤ ਸਾਰੇ ਦੋਸ਼ ਇਹੋ ਜਿਹੇ ਲੱਗਦੇ ਨੇ ਜਿਨ੍ਹਾਂ ਨੂੰ ਫਿਰ ਅਸੀਂ ਮੀਡੀਆ ਟ੍ਰਾਇਲ ਕਹਿ ਦਿੰਦੇ ਹਾਂ। ਹਾਂ, ਜਿਹੜੀ ਤੁਸੀਂ ਖਬਰ ਦੱਸੀ ਆ, ਜਿਹੜੀ ਦੂਸਰੀ ਉਹਦਾ ਘਟਨਾ ਦਾ ਕਹਾਣੀ ਦਾ ਦੂਸਰਾ ਹਿੱਸਾ ਇਹ ਆ ਕਿ ਉਸ ਬੰਦੇ ਦੀ ਮੌਤ ਕਿਉਂਕਿ ਉੱਥੇ ਕੁੱਟਮਾਰ ਦੌਰਾਨ ਹੋ ਗਈ ਸੀ, ਉਹਦੀ ਬਹੁਤ ਸਾਰੀ ਵੀਡੀਓਗ੍ਰਾਫੀ ਹੋਈ ਆ ਤੇ ਉਸ ਗੁਰੂ ਘਰ ਦੇ ਜਿਹੜੇ ਸੇਵਕ ਸੀ, ਜਿਹੜੇ ਉੱਥੇ ਪ੍ਰਮੁੱਖ ਸੇਵਾਦਾਰ ਨੇ ਅਮਰਜੀਤ ਸਿੰਘ, ਉਹਨਾਂ ਦੇ ਕਿਉਂਕਿ ਉੱਥੇ ਅਨਾਉਂਸਮੈਂਟ ਕੀਤੀ ਸੀ ਕਿ ਇੱਥੇ ਕੁਝ ਇਹੋ ਜਿਹੀ ਘਟਨਾ ਹੋਣ ਵਾਲੀ ਆ ਤੇ ਪੁਲਿਸ ਦੇ ਦੱਸਣ ਮੁਤਾਬਕ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ। ਉਸ ਤੋਂ ਅਗਲੇ ਦਿਨ ਵੀ ਜਦੋਂ ਪੁਲਿਸ ਪ੍ਰੈਸ ਕਾਨਫਰੰਸ ਕਰ ਰਹੀ ਸੀ, ਐਸਐਸਪੀ ਸਾਹਿਬ ਸੀ ਤੇ ਨਾਲ ਆਈਜੀ ਸਾਹਿਬ ਵੀ ਬੈਠੇ ਸੀ, ਉਦੋਂ ਵੀ ਪਹਿਲਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜੀ ਆ ਬੇਅਦਬੀ ਦੀ ਧਾਰਾ ਵੀ ਦਰਜ, ਐਫਆਈਆਰ ਵੀ ਦਰਜ ਹੋਈ ਹੈ, ਦੂਸਰੇ ਪਾਸੇ ਜਿਹੜੀ ਐਫਆਈਆਰ ਆ ਉਹ ਕਤਲ ਦੀ ਵੀ ਦਰਜ ਹੋਈ ਆ। ਪਰ ਉਸ ਪ੍ਰੈਸ ਕਾਨਫਰੰਸ ਦੇ ਚਲਦਿਆਂ ਉਹਨਾਂ ਆਫੀਸਰ ਸਾਹਿਬਾਨ ਨੂੰ ਫੋਨ ਆ ਰਹੇ ਸੀ, ਫਿਰ ਉਹਨਾਂ ਨੇ ਆ ਕੇ ਸੋਧ ਕੀਤੀ ਕਿ ਜਿਹੜੀ ਦੂਸਰੀ ਐਫਆਈਆਰ ਆ ਉਹ ਹਲੇ ਜਾਂਚ ਅਧੀਨ ਰੋਕੀ ਗਈ ਆ ਤੇ ਅੱਜ ਇਹ ਖਬਰ ਫਿਰ ਆ ਗਈ ਆ ਕਿ 302 ਦੀ ਜਿਹੜੀ ਆ ਐਫਆਈਆਰ ਉਹ ਅਮਰਜੀਤ ਸਿੰਘ ਜਿਹੜੇ ਉੱਥੋਂ ਦੇ ਮੁੱਖ ਸੇਵਾਦਾਰ ਨੇ ਗੁਰੂ ਘਰ ਦੇ, ਉਹਨਾਂ ਦੇ ਉੱਤੇ ਦਰਜ ਕਰ ਲਈ ਗਈ ਆ, ਜਿਹੜੀ ਕਿ ਕਤਲ ਦੀ ਧਾਰਾ ਆ। ਉਹਨਾਂ ਨੇ ਇਹ ਕਿਹਾ ਕਿ ਦੂਸਰੀ ਜਿਹੜੀ ਆ ਬੇਅਦਬੀ ਵਾਲੀ ਐਫਆਈਆਰ ਹਾਲੇ ਦਰਜ ਹੈ, ਉਹ ਖਾਰਜ ਨਹੀਂ ਹੋਈ। ਸੋ ਇਸ ਤਰੀਕੇ ਨਾਲ ਅਸੀਂ ਹਰਪ੍ਰੀਤ ਜੀ ਇਹ ਗੱਲ ਬਿਲਕੁਲ ਨਹੀਂ ਕਹਿੰਦੇ ਕਿ ਉੱਥੇ ਜਿਹੜੀ ਬੇਅਦਬੀ ਆ ਨਹੀਂ ਹੋਈ, ਬਿਲਕੁਲ ਹਾਲੇ ਤੱਕ ਜਿਹੜੀ ਜਾਂਚ ਚੱਲ ਰਹੀ ਆ। ਗੱਲ ਇਹ ਆ ਕਿ ਕ੍ਰਾਸ ਐਫਆਈਆਰ ਦੋਨੋਂ ਪਾਸੇ ਦਰਜ ਹੋ ਗਈਆਂ, ਮਰਨ ਵਾਲੇ ਦੀ ਜਾਨ ਗਈ ਆ ਤੇ ਉਹਦੇ ਲਈ ਕਤਲ ਦੀ ਧਾਰਾ ਦਰਜ ਹੋ ਗਈ ਆ ਤੇ ਦੂਸਰੇ ਪਾਸੇ ਜਿਹੜੀ ਆ ਬੇਅਦਬੀ ਦੀ ਜਿਹਦੇ ਕਰਕੇ ਸਾਰਾ ਘਟਨਾਕ੍ਰਮ ਹੋਇਆ ਉਹ ਵਾਲੀ ਜਿਹੜੀ ਐਫਆਈਆਰ ਆ ਉਹ ਵੀ ਉੱਥੇ ਸਟੈਂਡ ਕਰਦੀ ਆ ਤੇ ਉਹ ਖੜੀ ਆ। ਪਰ ਨਾਲ ਦੀ ਨਾਲ ਖਬਰ ਇਹ ਆ ਕਿ ਉਹ ਜਿਹੜੇ ਉੱਥੇ ਗੁਰਦੁਆਰੇ ਦੇ ਸੀਗੇ ਉਹ ਅਮਰਜੀਤ ਸਿੰਘ, ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਪਰਿਵਾਰ ਦੀ ਉਸ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਜਾਣ ਦੀਆਂ ਖਬਰਾਂ ਵੀ ਜਿਹੜੀਆਂ ਆ ਉਹ ਆ ਰਹੀਆਂ। ਦੇਖੋ ਕਹਾਣੀ ਇਹ ਆ ਕਿ ਬੇਅਦਬੀ ਹੋਈ ਹੈ ਜਾਂ ਨਹੀਂ ਹੋਈ ਹੈ ਜਾਂਚ ਦਾ ਵਿਸ਼ਾ, ਪਰ ਦੇਖੋ ਅਸੀਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਕਿਸੇ ਵੀ ਧਰਮ ਦੀ ਬੇਅਦਬੀ ਜਿਹੜੀ ਆ ਨਹੀਂ ਹੋਣੀ ਚਾਹੀਦੀ। ਧਰਮ ਸਾਨੂੰ ਜ਼ਿੰਦਗੀ ਦੇ ਉਹ ਫਲਸਫੇ ਦੱਸਦਾ ਜਿਨ੍ਹਾਂ ਨੂੰ ਮੰਨ ਕੇ ਅਸੀਂ ਜ਼ਿੰਦਗੀ ਨੂੰ ਸੁਚੱਜਿਆਂ ਤੇ ਸੁਖਾਲਿਆਂ ਜੀਨੇ ਆ। ਫਿਰ ਅਸੀਂ ਉਸ ਧਰਮ ਦੀ ਸਤਿਕਾਰ ਕਰੀਏ, ਚਾਹੇ ਅਸੀਂ ਉਸ ਧਰਮ ਦੇ ਵਿੱਚ ਹਾਂ, ਚਾਹੇ ਅਸੀਂ ਉਸ ਧਰਮ ਦੇ ਬਾਹਰ ਹਾਂ, ਬਿਲਕੁਲ। ਪਰ ਫਿਰ ਵੀ ਇੱਕ ਮਨੁੱਖੀ ਤੌਰ ਤੇ ਇਹ ਗੱਲ ਜਿਹੜੀ ਆ ਸਾਨੂੰ ਖਿਆਲ 'ਚ ਰੱਖਣੀ ਪਵੇ ਕਿ ਜੇ ਕਿਤੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਤੇ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਈਏ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕਾਨੂੰਨ ਕੁਝ ਨਹੀਂ ਕਰਦਾ, ਪਰ ਫਿਰ ਵੀ ਜੇ ਇਹ ਮੁਲਕ ਚੱਲ ਰਿਹਾ, ਜੇ ਇਹ ਨਿਜ਼ਾਮ ਚੱਲ ਰਿਹਾ, ਜੇ ਇੱਥੇ ਕਾਨੂੰਨ ਬਣ ਰਹੇ ਨੇ, ਜੇ ਇੱਥੇ ਸਰਕਾਰਾਂ ਚੱਲ ਰਹੀਆਂ ਨੇ, ਜੇਕਰ ਸਰਕਾਰ ਨੇ ਕਾਨੂੰਨ ਬਣਾਏ ਤੇ ਸਾਲ ਬਾਅਦ ਜੇ ਰਿਪੀਲ ਕੀਤੇ ਤਾਂ ਉਹ ਸਿਰਫ ਔਰ ਸਿਰਫ ਉਸ ਸੰਵਿਧਾਨ ਦੇ ਅਧੀਨ ਰਹਿ ਕੇ, ਸਿਰਫ ਔਰ ਸਿਰਫ ਬਣੇ ਹੋਏ ਕਾਨੂੰਨਾਂ ਦੇ ਅਧੀਨ ਰਹਿ ਕੇ ਹੀ ਸਾਰਾ ਕੁਝ ਹੁੰਦਾ ਜੀ। ਜੇਕਰ ਅਸੀਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਾਂ, ਜੇ ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਹਾਂ ਤੇ ਫਿਰ ਇਹ ਸੋਚੀਏ ਕਿ ਅਸੀਂ 100% ਸਹੀ ਨਹੀਂ ਹੁੰਦੇ, ਕਿਸੇ ਅਗਲੀ ਘਟਨਾ ਦੇ ਵਿੱਚ ਅਸੀਂ ਗਲਤ ਹੋਵਾਂਗੇ, ਫਿਰ ਕਾਨੂੰਨ ਕਿਸੇ ਹੋਰ ਦੇ ਹੱਥ 'ਚ ਹੋਵੇਗਾ ਤੇ ਗਰਦਨ ਜਿਹੜੀ ਆ ਉਹ ਸਾਡੇ ਕੋਲ ਹੋਵੇਗੀ। ਸੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਕਾਨੂੰਨ, ਜੇਕਰ ਉਸ ਕਾਨੂੰਨ ਦਾ ਸਹਾਰਾ ਲਿਆ ਜਾਂਦਾ ਤੇ ਇਹਨਾਂ ਘਟਨਾਵਾਂ ਨੂੰ ਹੱਲ ਕਰਨ ਵੱਲ ਅਸੀਂ ਹੋਰ ਸੌਖੇ ਕਦਮ ਜਿਹੜੇ ਆ ਉਹ ਪੁੱਟ ਸਕਦੇ ਸੀ। ਜੀ ਸ਼ਰਮਾ ਜੀ, ਕਾਨੂੰਨ ਹਮੇਸ਼ਾ ਹੀ ਅਸੀਂ ਇਹ ਕਹਿੰਦੇ ਹਾਂ ਕਿ ਕਾਨੂੰਨ ਸਾਡੀ ਬਿਹਤਰੀ ਲਈ ਹੀ ਹੁੰਦਾ ਹੈ, ਪਰ ਸਿਆਸਤ ਸਾਡੀ ਬਿਹਤਰੀ ਲਈ ਹੁੰਦੀ ਹੈ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਉਂਕਿ ਕ੍ਰਿਕਟਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਤੇ ਸਿਆਸਤ ਵਿੱਚ ਆਉਣਗੇ ਕਿ ਨਹੀਂ, ਇਹ ਜਾਣਾਂਗੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਸਵਾਗਤ ਹੈ। ਸ਼ਰਮਾ ਜੀ, ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕ੍ਰਿਕਟਰ ਹਰਭਜਨ ਸਿੰਘ ਦੀ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨਾਲ ਤਸਵੀਰਾਂ ਖਿਚਵਾਈਆਂ ਸੀ ਤੇ ਉਹ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ ਤੇ ਉਸ ਵੇਲੇ ਕਾਫੀ ਰੌਲਾ ਵੀ ਪੈ ਗਿਆ ਸੀ ਤੇ ਉਹਦਾ ਇਸ਼ਾਰਾ ਦੇ ਦਿੱਤਾ ਗਿਆ ਸੀ ਕਿ ਸਮੇਂ ਤੇ ਸਾਰਾ ਕੁਝ ਛੱਡ ਦਿੱਤਾ ਗਿਆ ਸੀ, ਸਮਾਂ ਤੇ ਸਾਰਾ ਕੁਝ ਦੱਸਿਆ ਜਾਏਗਾ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕ੍ਰਿਕਟਰ ਹਰਭਜਨ ਸਿੰਘ ਬੋਲਿੰਗ ਕਰਨਗੇ ਕਾਂਗਰਸ ਵਿੱਚ? ਪਿਕਚਰ ਆਫ ਪੋਸੀਬਿਲਟੀਜ਼ ਇਹ ਟਾਈਟਲ ਸੀਗਾ ਨਵਜੋਤ ਸਿੰਘ ਸਿੱਧੂ ਦੇ ਉਸ ਟਵੀਟ ਦਾ, ਜਿਹਦੇ ਵਿੱਚ ਉਹਨਾਂ ਦੇ ਨਾਲ ਹਰਭਜਨ ਸਿੰਘ, ਜਿਨ੍ਹਾਂ ਨੂੰ ਅਸੀਂ ਭੱਜੀ ਜਾਂ ਟਰਬਨੇਟਰ ਵੀ ਕਹਿੰਦੇ ਆ, ਉਹ ਖੜੇ ਸੀ ਜੀ। ਸਪਿਨ ਖਿਡਾਰੀ ਰਹੇ, ਉਹ ਬੋਲਿੰਗ ਕਰਦੇ ਰਹੇ ਆ ਤੇ ਗੇਂਦਬਾਜ਼ੀ ਜਿਹਨੂੰ ਅਸੀਂ ਕਹਿੰਦੇ ਆ, ਕਾਫੀ ਸਾਰੇ ਉਹਨਾਂ ਨੇ ਟੈਸਟ ਮੈਚ ਖੇਡੇ ਨੇ, ਵਨਡੇ ਵੀ ਖੇਡੇ ਨੇ, T20 ਵੀ ਖੇਡੇ ਨੇ ਤੇ ਉਹ ਇੱਕ ਅਜਿਹੇ ਗੇਂਦਬਾਜ਼ ਸੀ ਜਿਨ੍ਹਾਂ ਨੇ ਸੈਂਕੜੇ ਰਨ ਵੀ ਬਣਾਏ, ਸ਼ਤਕ ਵੀ ਉਹਨਾਂ ਨੇ ਮਾਰੇ ਤੇ ਪੰਜਾਬ ਤੋਂ ਹੋਣ ਕਰਕੇ ਉਹ ਸਾਡੇ ਜ਼ਿਆਦਾ ਨੇੜਤਾ ਸੀ ਜਾਂ ਪਸੰਦੀਦਾ ਸੀ। ਫਿਰ ਵੀ ਖਿੱਤੇ ਦਾ ਅਸਰ ਜਿਹੜਾ ਆ ਉਹ ਜ਼ਰੂਰ ਰਹਿੰਦਾ ਆ। ਬਿਲਕੁਲ। ਤੇ ਚਰਚਾ ਉਹਨਾਂ ਦੀ ਕੁਝ ਦਿਨ ਪਹਿਲਾਂ BJP ਦੇ ਵਿੱਚ ਜਾਣ ਦੀ ਵੀ ਸੀ, ਕਿਉਂਕਿ ਬਹੁਤ ਸਾਰੇ ਲੋਕ ਜਦੋਂ ਸੈਲੀਬ੍ਰਿਟੀ ਬਣ ਜਾਂਦੇ ਆ ਫਿਰ ਖਿੱਤੇ ਤੋਂ ਅੱਗੇ ਉੱਠ ਕੇ ਉਹ ਜੇ ਰਾਜਨੀਤੀ ਦੇ ਵਿੱਚ ਵੀ ਜਾਣਾ ਤੇ ਉਹ ਰਾਸ਼ਟਰੀ ਪੱਧਰ ਤੇ ਹੀ ਜਿਹੜੀ ਆ ਉਹਨਾਂ ਦੀ ਜਿਹੜੀ ਪਛਾਣ ਆ ਉਹ ਬਣਦੀ ਆ। ਪਰ ਲੱਗਦਾ ਆ ਕਿ ਉਹਨਾਂ ਨੇ ਜਿਹੜਾ ਸੰਨਿਆਸ ਲਿਆ ਉਹ 2-3 ਦਿਨ ਨਾਲ ਪਹਿਲਾਂ ਵਾਲੀ ਜਿਹੜੀ ਟਵੀਟ ਆ ਉਹਦੇ ਨਾਲ ਰਲਦੀ ਮਿਲਦੀ ਘਟਨਾ ਆ। ਚਰਚਾਵਾਂ ਜਿਹੜੀਆਂ ਆ ਕਾਫੀ ਦਿਨ ਤੋਂ ਛਿੜੀਆਂ ਹੋਈਆਂ ਆ। ਜਲੰਧਰ ਦੇ ਵਿੱਚ ਹੀ 1-2 ਸੀਟਾਂ ਦੀ ਵੀ ਮਾਰਕਿੰਗ ਲੋਕਾਂ ਦੇ ਮਨਾਂ 'ਚ ਆ ਰਹੀ ਆ ਕਿ ਉਹ ਸ਼ਾਇਦ ਉਹ ਇੱਥੋਂ ਚੋਣ ਵੀ ਲੜਨਗੇ। ਲੜਦੇ ਆ ਚੋਣ ਜਾਂ ਨਹੀਂ ਲੜਦੇ ਇਹ ਇੱਕ ਬਾਅਦ ਦੀ ਗੱਲ ਆ, ਪਰ ਨਵਜੋਤ ਸਿੰਘ ਸਿੱਧੂ ਦੇ ਤੌਰ ਤੇ, ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਇਹ ਉਹਨਾਂ ਦੇ ਇੱਕ ਜਿਹੜੀ ਗੱਲ ਉਹਨਾਂ ਦੇ ਹੱਕ 'ਚ ਜ਼ਰੂਰ ਜਾਵੇਗੀ। ਪਹਿਲਾਂ ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇੱਕ ਵੱਡੇ ਸਿੰਗਰ ਨੂੰ ਵੀ ਪਾਰਟੀ ਜੁਆਇਨ ਕਰਾਈ ਸੀ ਸਿੱਧੂ ਮੂਸੇ, ਤੇ ਹੁਣ ਉਹਨਾਂ ਨੇ ਇੱਕ ਵੱਡੇ ਕ੍ਰਿਕਟਰ ਤੋਂ ਟਵੀਟ ਕਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਕ੍ਰਿਕਟ ਤੋਂ ਅਸਤੀਫਾ ਆ ਉਹ ਲੈ ਕੇ ਲਿਆ ਤੇ ਕਹਾਣੀ ਜਿਹੜੀ ਇਸ ਪਾਸੇ ਨੂੰ ਤੁਰਦੀ ਜਿਹੜੀ ਆ ਉਹ ਨਜ਼ਰ ਆਉਂਦੀ ਆ। ਚੰਗੀ ਗੱਲ ਹੈ ਜੇ ਕੋਈ ਬੰਦਾ ਆਪਣੀ ਇੱਕ ਸ਼ਾਨਦਾਰ ਕੈਰੀਅਰ ਦੀ ਸਮਾਪਤੀ ਤੋਂ ਬਾਅਦ ਕਿਸੇ ਹੋਰ ਪਾਸੇ ਉਹ ਹੱਥ ਅਜਮਾਇਸ਼ ਕਰਨਾ ਚਾਹੁੰਦਾ ਤੇ ਉਹਦੇ 'ਚ ਕੋਈ ਮਾੜੀ ਗੱਲ ਨਹੀਂ। ਤੇ ਜੇਕਰ ਨਵਜੋਤ ਸਿੰਘ ਸਿੱਧੂ ਜਿਹੋ ਜਿਹੀ ਇੱਕ ਨਵੀਂ ਟੀਮ, ਇੱਕ ਨਵੀਂ ਕਾਂਗਰਸ, ਇੱਕ ਨਵਾਂ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਨੇ ਤੇ ਇਹੋ ਜਿਹੇ ਤਜਰਬੇਕਾਰ ਲੋਕ ਜਿਨ੍ਹਾਂ ਦਾ ਵੱਖਰੇ ਫੀਲਡਾਂ ਦੇ ਵਿੱਚ ਆਪਣਾ ਇੱਕ ਰੁਤਬਾ ਰਿਹਾ, ਉਹਨਾਂ ਕੋਲ ਲੰਬਾ ਚੌੜਾ ਅਨੁਭਵ ਆ, ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਖੇਡਿਆ ਆ, ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਭਾਲੀਆਂ ਨੇ। ਤੇ ਮੈਨੂੰ ਜਾਤੀ ਤੌਰ ਤੇ ਇਦਾਂ ਲੱਗਦਾ ਕਿ ਉਹ ਜਿਹੜੇ ਹੰਢੇ ਹੋਏ ਸਿਆਸਤਦਾਨ ਨੇ ਉਹਨਾਂ ਨਾਲੋਂ ਥੋੜਾ ਜਿਹਾ ਵੱਖਰਾ, ਥੋੜਾ ਜਿਹਾ ਨਵਾਂ ਤੇ ਸੋਚਣਗੇ ਜੇ ਲੋਕ ਜੀ। ਪਰ ਸ਼ਰਮਾ ਜੀ, ਅਸੀਂ ਇਹ ਤਾਂ ਜ਼ਰੂਰ ਕਹਿ ਸਕਦੇ ਹਾਂ ਕਿ ਜੇ ਕੋਈ ਖੇਡ ਵੀ ਖੇਡੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਕਿਧਰੇ ਨਾ ਕਿਧਰੇ ਥੋੜੀ ਜਿਹੀ ਰਾਜਨੀਤੀ ਤਾਂ ਜ਼ਰੂਰ ਹੁੰਦੀ ਹੈ। ਬਿਲਕੁਲ ਜੀ। ਜੀ ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰੀਏ, ਬੀਤੇ ਕੱਲ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਿਰ ਤੋਂ ਕਾਫੀ ਕੁਝ ਕਿਹਾ ਹੈ, ਕਾਫੀ ਕੁਝ ਐਲਾਨ ਕੀਤੇ ਨੇ, ਕੀ ਕਹਿਣਾ ਚਾਹੋਗੇ? ਜਨਰਲ ਕੈਟਾਗਰੀ ਲਈ ਕਮਿਸ਼ਨ ਬਣਾਉਣ ਦੀ ਇੱਕ ਗੱਲ ਕੀਤੀ, ਉਹਨੂੰ ਹਰੀ ਝੰਡੀ ਦਿੱਤੀ ਆ। ਬਹੁਤ ਸਾਰੇ ਕਮਿਸ਼ਨ ਅਸੀਂ ਜਾਣਦੇ ਹਾਂ, ਵਿਮਨ ਕਮਿਸ਼ਨ ਆ, SC-BC ਕਮਿਸ਼ਨ ਆ ਤੇ ਹੋਰ ਜਿਹੜੇ ਮਾਈਨੋਰਟੀਜ਼ ਕਮਿਸ਼ਨ ਦੀ ਅਸੀਂ ਅਕਸਰ ਗੱਲਬਾਤ ਸੁਣਦੇ ਹਾਂ, ਤੇ ਪੰਜਾਬ ਵਿੱਚ ਇਹਨਾਂ ਨੇ ਇੱਕ ਜਨਰਲ ਕੈਟਾਗਰੀ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਆ। ਫਿਰ ਇੱਕ ਸ਼੍ਰੀਮਦ ਭਗਵਤ ਗੀਤਾ, ਜਿਹੜਾ ਕਿ ਹਿੰਦੂਆਂ ਦਾ ਬਹੁਤ ਹੀ ਪਵਿੱਤਰ ਗ੍ਰੰਥ ਆ, ਜਿਹਦੀ ਕਿ ਰਚਨਾ ਹੋਈ ਦੱਸੀ ਜਾਂਦੀ ਆ ਕਿ ਯੁੱਧ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਯੁੱਧ ਕਰਨ ਲਈ ਕਿਸ ਤਰੀਕੇ ਨਾਲ ਪ੍ਰੇਰਿਆ, ਕੀ ਸਿੱਖਿਆਵਾਂ ਦਿੱਤੀਆਂ ਉਹਦੇ ਮਨ ਦੇ ਵਿੱਚ, ਆਪਣੇ ਹੀ ਪਰਿਵਾਰ ਨਾਲ ਲੜਨ ਤੋਂ ਪਹਿਲਾਂ ਜਿਹੜੇ ਸੰਸ਼ੇ ਸੀ ਉਹ ਸਾਰੇ ਦੂਰ ਕੀਤੇ। ਉਸ ਗ੍ਰੰਥ ਦੇ ਲਈ ਵੀ ਇੱਕ ਚੇਅਰ ਜਾਂ ਇੱਕ ਰਿਸਰਚ ਸੈਂਟਰ ਜਿਹੜਾ ਕਿ ਸ਼੍ਰੀ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਆ, ਉੱਥੇ ਸਥਾਪਿਤ ਕਰਨ ਦੀ ਗੱਲ ਕੀਤੀ ਆ। ਕੁਝ ਹੋਰ ਜਿਹੜੇ ਐਲਾਨ ਉਹਨਾਂ ਨੇ ਕੀਤੇ, ਨਾਲ ਦੀ ਨਾਲ ਉਹਨਾਂ ਨੇ ਜਿਹੜੀਆਂ ਕੱਲ੍ਹ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀ, ਕਿਸਾਨ ਅੰਦੋਲਨ ਦੀਆਂ ਜਥੇਬੰਦੀਆਂ ਨਾਲ, ਉਹਨਾਂ ਨਾਲ ਜਿਹੜੀ ਵਾਅਦਾ ਕੀਤਾ ਹੋਇਆ ਸੀ 2 ਲੱਖ ਹਰ ਕਿਸਾਨ ਦੇ ਕਰਜ਼ੇ ਮਾਫ ਕਰਨ ਦਾ, ਉਹਦੇ ਲਈ ਵੀ ਕੁਝ ਅਮਾਊਂਟ ਜਾਰੀ ਕਰਨ ਦੀ ਗੱਲ ਕੀਤੀ। ਤੇ ਰਾਜਾ ਵੜਿੰਗ ਦੀ ਅਸੀਂ ਹੁਣੇ ਗੱਲ ਕਰਦੇ ਹਟੇ ਹਾਂ, ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਛੋਟੇ ਟਰਾਂਸਪੋਰਟਰ ਨੇ ਜਾਂ ਮਿੰਨੀ ਬੱਸ ਚਲਾਉਣ ਵਾਲੇ ਟਰਾਂਸਪੋਰਟਰ ਨੇ, ਉਹਨਾਂ ਨੂੰ ਕੁਝ ਟੈਕਸ ਦੇ ਵਿੱਚ ਰਾਹਤ ਵੀ ਦਿੱਤੀ ਗਈ ਆ। ਇਹੋ ਜਿਹੇ ਫੈਸਲੇ ਜਿਹੜੇ ਆ ਉਹ ਕੈਬਨਿਟ ਨੇ ਦਿੱਤੇ ਨੇ ਤੇ ਮੈਨੂੰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, ਸ਼ਾਇਦ ਇੱਕ ਅੱਧੀ ਮੀਟਿੰਗ ਹੋਰ ਹੋ ਜਾਏ ਕੈਬਨਿਟ ਦੀ, ਨਹੀਂ ਤੇ ਚੋਣ ਜਾਬਤਾ ਲਾਗੂ ਹੋ ਜਾਣਾ। ਫਿਰ ਚੰਨੀ ਸਾਹਿਬ ਅੱਜ ਕੱਲ੍ਹ ਇੱਕ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰੇ ਤੋਂ ਜਿੰਨਾ ਕੁ ਕੰਮ ਹੁੰਦਾ ਓਨਾ ਕੁ ਕਰਵਾ ਲਓ, ਕਿਉਂਕਿ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਚੋਣਾਂ ਲਈ ਦੌੜ ਜਾਣਾ। ਤੇ ਅੱਜ ਉਹ ਹੁਸ਼ਿਆਰਪੁਰ ਦੇ ਢੋਲਵਾਹਾ ਇੱਕ ਛੋਟਾ ਜਿਹਾ ਕਸਬਾ, ਉੱਥੇ ਆਏ ਹੋਏ ਨੇ। ਉੱਥੇ ਉਹਨਾਂ ਨੇ ਇੱਕ ਸਰਕਾਰੀ ਕਾਲਜ ਜਿਹੜਾ ਬਣਾਇਆ, ਉਹਦਾ ਉਦਘਾਟਨ ਕਰਨਾ ਹੈ। ਸਿੱਖਿਆ ਦੇ ਖੇਤਰ ਦੇ ਵਿੱਚ ਜੇ ਸਰਕਾਰ ਕੁਝ ਅਜਿਹੇ ਚੰਗੇ ਉਦਮ ਕਰਦੀ ਆ ਤੇ ਉਹ ਇੱਕ ਚੰਗੀ ਗੱਲ ਆ, ਪਰ ਉਹਦੇ ਨਾਲ ਦੀ ਨਾਲ ਇਹ ਜਿਹੜਾ ਕੰਮ ਆ ਉਹ ਜ਼ਰੂਰ ਕਰਨਾ ਚਾਹੀਦਾ।
ਕਿ ਜਿਹੜੇ ਸਿੱਖਿਆ ਦੇਣ ਵਾਲੇ ਲੋਕ ਨੇ ਉਹਨਾਂ ਦੀ ਰਿਸਪੈਕਟ ਦਾ ਵੀ ਧਿਆਨ ਰੱਖਿਆ ਜਾਵੇ। ਆਮ ਤੌਰ ਤੇ ਟੀਚਰਾਂ ਦੀ ਕੁੱਟਮਾਰ ਦੀਆਂ ਖਬਰਾਂ ਰੋਜ਼ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੀ ਭਰਤੀ, ਉਹਨਾਂ ਦੀ ਪੱਕੀ ਭਰਤੀ, ਉਹਨਾਂ ਦੀਆਂ ਤਨਖਾਹਾਂ ਤੇ ਹੋਰ ਜੋ ਬਣਦਾ ਮਾਨ ਸਨਮਾਨ ਆ ਉਹ ਅਧਿਆਪਕਾਂ ਨੂੰ ਜਿਹੜਾ ਆ ਉਹ ਜ਼ਰੂਰ ਦੇਣਾ ਚਾਹੀਦਾ। ਜੀ ਸ਼ਰਮਾ ਜੀ, ਇੱਕ ਪਾਸੇ ਤਾਂ ਸਰਕਾਰ ਇਹ ਗੱਲਾਂ ਕਰਦੀ ਹੈ ਕਿ ਸਮਾਨਤਾ, ਬਰਾਬਰੀ ਤੇ ਰਿਜ਼ਰਵੇਸ਼ਨ ਦੇ ਨਾਮ ਤੇ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਨੀਵੀਆਂ ਜਾਤਾਂ ਦੇ ਵਿੱਚੋਂ ਨੇ ਉਹਨਾਂ ਨੂੰ ਉੱਪਰ ਚੁੱਕਣ ਲਈ, ਉਹਨਾਂ ਦਾ ਰਹਿਣ ਸਹਿਣ ਦਾ ਪੱਧਰ ਉੱਚਾ ਚੁੱਕਣ ਦੇ ਲਈ ਇਹ ਰਿਜ਼ਰਵੇਸ਼ਨ ਕੀਤੀ ਗਈ ਹੈ। ਤੇ ਦੂਜੇ ਪਾਸੇ ਉੱਤਰਾਖੰਡ ਦੇ ਚੰਪਾਵਤ ਦੇ ਵਿੱਚੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਜਾਤੀ, ਨੀਵੀਂ ਜਾਤੀ ਹੋਣ ਦੇ ਕਾਰਨ ਇੱਕ ਔਰਤ ਜਿਸ ਨੂੰ ਕਿ ਭੋਜਨ ਮਾਤਾ ਕਿਹਾ ਜਾਂਦਾ ਸੀ, ਉਸ ਨੂੰ ਉਸ ਦੀ ਨੌਕਰੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਜਦੋਂ ਮੈਂ ਅੱਜ ਸਵੇਰੇ ਇਸ ਪ੍ਰੋਗਰਾਮ ਦੇ ਲਈ ਦੇਖ ਰਿਹਾ ਸੀਗਾ ਕਿ ਅਸੀਂ ਗੱਲ ਕੀ ਕਰਨੀ ਆ, ਤੇ ਇਹ ਜਦੋਂ ਮੇਰੇ ਖਬਰ ਸਾਹਮਣੇ ਆਈ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਜਿਹੜਾ ਤੁਸੀਂ ਨਾਮ ਲਿਆ ਨਾ ਜੀ, ਭੋਜਨ ਮਾਤਾ, ਉਹ ਬਹੁਤ ਖੂਬਸੂਰਤ, ਬਹੁਤ ਉੱਚ ਪਾਏ ਦਾ ਨਾਮ ਲੱਗਦਾ। ਬਿਲਕੁਲ। ਹਿੰਦੂ ਧਰਮ ਦੇ ਵਿੱਚ ਅਸੀਂ ਅੰਨਪੂਰਣਾ ਦੇਵੀ ਦੀ ਪੂਜਾ ਕਰਦੇ ਹਾਂ ਕਿ ਜਿਹਨੇ ਸਾਨੂੰ ਅੰਨ ਦੇਣਾ ਆ। ਰਸੋਈ ਦੇ ਵਿੱਚ ਅਸੀਂ ਆਮ ਤੌਰ ਤੇ ਜੁੱਤੀ ਪਾ ਕੇ ਨਹੀਂ ਜਾਂਦੇ। ਹੁਣ ਚਲੋ ਹਾਲਾਤ ਬਹੁਤ ਸਾਰੇ ਬਦਲ ਗਏ, ਮਾਡਰਨਾਈਜੇਸ਼ਨ ਨੇ ਸਾਡੇ ਤੇ ਬਹੁਤ ਅਸਰ ਕਰ ਦਿੱਤਾ ਜੀ। ਤੇ ਸੁੱਖੀ ਡਾਂਗ ਇਲਾਕਾ ਆ, ਉੱਥੇ ਸਰਕਾਰੀ ਇੰਟਰ ਕਾਲਜ ਆ, ਇੰਟਰ ਸਟੇਟ ਕਾਲਜ ਉਹਨੂੰ ਕਹਿੰਦੇ ਆ। ਉਹ ਮੇਰਾ ਖਿਆਲ ਸੀਨੀਅਰ ਸੈਕੰਡਰੀ ਸਕੂਲ ਵਾਲੀ ਸਥਿਤੀ ਦੇ ਵਿੱਚ ਹੋਣਾ ਆ ਉਹ ਜੀ। ਉੱਥੇ 66 ਬੱਚੇ ਨੇ ਜਿਨ੍ਹਾਂ ਦੇ ਲਈ ਮਿਡ ਟਰਮ ਮੀਲ ਜਿਹੜਾ ਆ, ਮਿਡ ਡੇ ਮੀਲ ਜਿਹਨੂੰ ਕਹਿੰਦੇ ਆ, ਉਹ ਬਣਦਾ ਜੀ। ਸੁਨੀਤਾ ਦੇਵੀ ਨਾਂ ਦੀ ਇੱਕ 32 ਸਾਲ ਦੀ ਔਰਤ ਦੀ ਨਿਯੁਕਤੀ ਹੋਈ ਉਸ ਸਕੂਲ ਦੇ ਵਿੱਚ, ਜਿਹਨੂੰ ਕਿ ਭੋਜਨ ਮਾਤਾ ਕਿਹਾ ਗਿਆ, ਜਿਹਨੂੰ ਤੁਸੀਂ ਰਸੋਈਆ ਵੀ ਕਹਿ ਸਕਦੇ ਹਾਂ, ਜਾਂ ਅਸੀਂ ਪੰਜਾਬ ਦੇ ਹਿਸਾਬ ਨਾਲ ਮਿਡ ਡੇ ਮੀਲ ਬਣਾਉਣ ਵਾਲੀ ਔਰਤ ਦੇ ਨਾਮ ਨਾਲ ਉਹਨੂੰ ਜਾਣਦੇ ਹਾਂ। ਜਿਹਦਾ ਕੰਮ ਸੀਗਾ, ਕਿਉਂਕਿ ਭਾਰਤ ਸਰਕਾਰ ਦੀ ਇਹ ਯੋਜਨਾ ਆ ਕਿ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜਨ ਜਿਹੜਾ ਉਹ ਦਿੱਤਾ ਜਾਂਦਾ ਜੀ। ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਕਈ ਵਾਰ ਅਜਿਹੀਆਂ ਖਬਰਾਂ। 66 ਬੱਚੇ ਸੀ, 66 ਬੱਚਿਆਂ ਦਾ ਉਹ ਭੋਜਨ ਬਣਦਾ ਸੀ ਉੱਥੇ, ਤੇ ਉਹਨਾਂ ਦੇ ਵਿੱਚੋਂ 40 ਬੱਚਿਆਂ ਨੇ ਉਸ ਭੋਜਨ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ। ਇਨਕਾਰ ਦੀ ਵਜ੍ਹਾ ਉਹਨਾਂ ਨੇ ਇਹ ਦੱਸੀ ਕਿ ਇਹ ਜਿਹੜੀ ਔਰਤ ਆ, ਇਹ ਕਿਉਂਕਿ ਨੀਵੀਂ ਜਾਤੀ ਦੀ ਆ, ਇਸ ਕਰਕੇ ਅਸੀਂ ਇਹਨਾਂ ਦਾ ਜਿਹੜਾ ਇਹਦੇ ਤੋਂ ਬਣਿਆ ਹੋਇਆ ਭੋਜਨ ਜਿਹੜਾ ਆ ਉਹ ਨਹੀਂ ਖਾਣਾ। ਉਸ ਤੋਂ ਬਾਅਦ ਦੀ ਘਟਨਾਕ੍ਰਮ ਜੋ ਰਿਪੋਰਟ ਆ ਉਹ ਇਹ ਦੱਸਦੀ ਆ ਕਿ ਪ੍ਰਸ਼ਾਸਨ, ਸਕੂਲ ਦੇ ਐਡਮਿਨਿਸਟ੍ਰੇਸ਼ਨ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ, ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰਸ਼ਾਸਨ ਨੇ ਉਸ ਔਰਤ ਨੂੰ ਉਹਦੀ ਜਿਹੜੀ ਨੌਕਰੀ ਤੋਂ ਵਾਂਝਾ ਕਰ ਦਿੱਤਾ। ਫਿਰ ਉਹਦੇ ਵਿੱਚ ਉਹਦੀ ਜਿਹੜੀ ਸ਼ਿਕਾਇਤ ਕਰਨ ਦੇ ਵਿੱਚ ਬੱਚੇ ਹੀ ਸ਼ਾਮਲ ਨਹੀਂ ਸਨ, ਕਿਉਂਕਿ ਬੱਚੇ ਇੰਨੇ ਪ੍ਰਗਾੜ ਨਹੀਂ ਹੋ ਸਕਦੇ, ਇੰਨੇ ਰਿਜਿਡ ਨਹੀਂ ਹੋ ਸਕਦੇ, ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਜਿਹੜੀ ਆ ਇੰਨੀ ਪੁਖਤਾ ਨਹੀਂ ਹੁੰਦੀ, ਜਾਂ ਇਦਾਂ ਕਹਿ ਲਈਏ ਕਿ ਉਹਨਾਂ ਨੂੰ ਇਹਨਾਂ ਗੱਲਾਂ ਦਾ ਇੰਨਾ ਫਰਕ ਨਹੀਂ ਪੈਂਦਾ। ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ। ਅਸਲ 'ਚ ਗੱਲ ਇਹ ਹੈ। ਪਰ ਹੁਣ ਇਦਾਂ ਲੱਗਦਾ ਕਿ ਪਤਾ ਹੁੰਦਾ ਜਾਂ ਫਿਰ ਉਹਨਾਂ ਨੂੰ ਪਤਾ ਲਾਇਆ ਜਾਂਦਾ। ਫਿਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਭਿਭਾਵਕ ਸੀ, ਜਿਹੜੇ ਬੱਚਿਆਂ ਦੇ ਮਾਤਾ ਪਿਤਾ ਸੀ, ਉਹ ਵੀ ਇਸ ਸ਼ਿਕਾਇਤ ਦੇ ਵਿੱਚ ਸ਼ਾਮਿਲ ਸੀ। ਜਦੋਂ ਉਹਨੂੰ ਜੌਬ ਤੋਂ ਬਰਖਾਸਤ ਕਰ ਦਿੱਤਾ ਗਿਆ, ਮੈਨੂੰ ਲੱਗਦਾ ਨਹੀਂ ਕਿ ਉਹ ਕੋਈ ਪੱਕੀ ਰਸੋਈਆ, ਕੋਈ ਪੱਕੀ ਜੌਬ ਹੋਣੀ ਆ, ਕੰਟਰੈਕਚੁਅਲ ਹੋਣੇ ਆ, ਜਾਂ ਹੋ ਸਕਦਾ ਸਾਲ ਦਾ ਕੰਟਰੈਕਟ ਹੋਵੇ। ਤੇ ਉਸ ਤੋਂ ਬਾਅਦ ਫਿਰ ਉਸ ਔਰਤ ਨੇ ਵੀ ਆਪਣੇ ਕੁਝ ਲੋਕਾਂ ਨਾਲ ਮਿਲ ਕੇ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਸ਼ਿਕਾਇਤ ਕੀਤੀ। ਤੇ ਫਿਰ ਜਿਵੇਂ ਕਿ ਆਮ ਤੌਰ ਤੇ ਹੁੰਦਾ ਆ, ਹਰ ਘਟਨਾ ਦੇ ਲਈ ਫਿਰ ਹੋਰ ਕਹਾਣੀਆਂ ਜਿਹੜੀਆਂ ਆ ਉਹ ਲੱਭ ਲਈਆਂ ਜਾਂਦੀਆਂ ਤੇ ਬਹਾਨੇ ਜਿਹੜੇ ਆ ਉਹ ਘੜ ਲਏ ਜਾਂਦੇ ਆ ਜੀ। ਹੁਣ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿਉਂਕਿ ਉਹਦੀ ਨਿਯੁਕਤੀ ਜਿਹੜੀ ਆ ਉਹਦੇ ਵਿੱਚ ਕੁਝ ਸ਼ਰਤਾਂ ਰਹਿ ਗਈਆਂ ਸਨ, ਉਹ ਸ਼ਰਤਾਂ ਪੂਰੀਆਂ ਨਹੀਂ ਕਰਦੀ, ਇਸ ਕਰਕੇ ਉਹਨੂੰ ਹਟਾਇਆ ਗਿਆ। ਉਹਦੇ ਤੇ ਜਾਤੀ ਵਾਲੀ ਜਿਹੜੀ ਘਟਨਾ ਆ ਉਹ ਬਿਲਕੁਲ ਝੂਠ ਆ। ਤੇ ਜਿਹੜੇ ਬੱਚਿਆਂ ਦੇ ਮਾਂ-ਬਾਪ ਸੀ ਉਹ ਵੀ ਇਸ ਗੱਲ ਤੋਂ ਮੁਨਕਰ ਹੋ ਗਏ ਕਿ ਅਸੀਂ ਇਹਦੀ ਸ਼ਿਕਾਇਤ ਸਿਰਫ ਇਸ ਕਰਕੇ ਕੀਤੀ ਸੀ ਕਿ ਇਹਦੀ ਜਿਹੜੀ ਅਪੁਆਇੰਟਮੈਂਟ ਹੋਈ ਆ, ਇਹਨੂੰ ਜਿਹੜੀ ਨੌਕਰੀ ਭੋਜਨ ਮਾਤਾ ਦੀ ਜਾਂ ਰਸੋਈਆ ਦੀ ਦਿੱਤੀ ਗਈ ਆ, ਉਹਦੇ 'ਚ ਕੁਝ ਕਮੀਆਂ ਰਹਿ ਗਈਆਂ। ਕੀ ਸ਼ਰਤਾਂ ਹੋਣਗੀਆਂ ਇੱਕ ਔਰਤ ਦੀ ਰਸੋਈ ਦੇ ਵਿੱਚ ਨਿਯੁਕਤੀ ਕਰਨ ਤੋਂ ਪਹਿਲਾਂ? ਤੇ ਅਸੀਂ ਸਾਰੇ ਸਮਝ ਸਕਦੇ ਹਾਂ ਕਿ ਕਹਾਣੀਆਂ ਫਿਰ ਕਿਵੇਂ ਬਣਾਈਆਂ ਜਾਂਦੀਆਂ। ਬਿਲਕੁਲ। ਤੇ ਇਹ ਧਰਮ ਪਰਿਵਰਤਨ, ਇਹ ਜਾਤ ਦੀ ਕਹਾਣੀ, ਅਸੀਂ ਇਹਦੇ ਬਾਰੇ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ। ਸਾਡੇ ਆਪਣੇ ਸਮਾਜ ਦੇ ਵਿੱਚ ਕਈ 100 ਸਾਲਾਂ ਤੋਂ ਇਹ ਜਿਹੜੀਆਂ ਕਹਾਣੀਆਂ ਉਹ ਚੱਲਦੀਆਂ ਨੇ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਜਦੋਂ 25 ਸਾਲ 30 ਸਾਲ ਪਹਿਲਾਂ ਜੇ ਗੱਲ ਕਰੀਏ ਤੇ ਬਹੁਤ ਸਾਰੇ ਵਖਰੇਵੇਂ ਅਸੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਦੇਖਦੇ ਸੀ। ਪਰ ਜਿੱਦਾਂ ਜਿੱਦਾਂ ਸਿੱਖਿਆ ਦਾ ਪ੍ਰਸਾਰ ਹੋਇਆ, ਜਿੱਦਾਂ ਜਿੱਦਾਂ ਸਮਾਂ ਅੱਗੇ ਵੱਧਦਾ ਗਿਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘਟੀਆਂ। ਪਰ ਜਦੋਂ ਇਦਾਂ ਦੀਆਂ ਘਟਨਾਵਾਂ ਹਾਲੇ ਵੀ ਸਾਡੇ ਸਾਹਮਣੇ ਆਉਂਦੀਆਂ ਤੇ ਫਿਰ ਲੱਗਦਾ ਕਿ ਇਹ ਸਾਡੇ ਆਲੇ ਦੁਆਲੇ ਤੇ ਘਟ ਗਈਆਂ, ਪਰ ਸਮੂਲ ਨਾਸ਼ ਜਿਹੜਾ ਆ ਉਹ ਨਹੀਂ ਹੋਇਆ। ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਤੇ ਅਸੀਂ ਸੰਵਿਧਾਨ ਦੀ ਪ੍ਰੈਂਬਲ, ਜਿਹੜੇ ਪਹਿਲੇ ਸ਼ਬਦ ਜਿਹਨੂੰ ਅਸੀਂ ਪ੍ਰਸਤਾਵਨਾ ਕਹਿੰਦੇ, ਉਹਦੇ 'ਚ ਹੀ ਕਹਿੰਦੇ ਹਾਂ ਕਿ ਅਸੀਂ ਕਿਸੇ ਵੀ
ਵਿਅਕਤੀ ਨਾਲ, ਕਿਸੇ ਵੀ ਨਾਗਰਿਕ ਨਾਲ ਉਹਦੀ ਜਾਤ, ਧਰਮ, ਲਿੰਗ, ਜਾਤੀ ਨੂੰ ਲੈ ਕੇ ਜਿਹੜਾ ਆ ਉਹ ਫਰਕ ਨਹੀਂ ਕਰਾਂਗੇ। ਪਰ ਇਹੋ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆਮ ਆਉਂਦੀਆਂ। ਇੱਕ ਹੋਰ ਪੰਜਾਬ ਦੇ ਵਿੱਚ ਅਸੀਂ ਕਾਫੀ ਵਾਰ ਸੁਣਦੇ ਹਾਂ ਹਰਪ੍ਰੀਤ ਜੀ ਕਿ ਧਰਮ ਪਰਿਵਰਤਨ ਹੋ ਰਿਹਾ, ਲੋਕ ਇੱਧਰਲੇ ਆਪਣਾ ਧਰਮ ਛੱਡ ਕੇ ਕਿਸੇ ਦੂਜੇ ਪਾਸੇ ਜਾ ਰਹੇ ਆ। ਹਾਲਾਂਕਿ ਇਹ ਜਿਹੜੀਆਂ ਘਟਨਾਵਾਂ ਆ ਇਹ ਨੋਰਮਲ ਆ, ਨੈਚੁਰਲ ਆ। ਇਹਦੇ ਪਿੱਛੇ ਕਈ ਵਾਰ ਬਹੁਤ ਸਾਰੇ ਕਾਰਕ, ਬਹੁਤ ਸਾਰੇ ਤੱਥ ਵੀ ਕੰਮ ਕਰਦੇ ਨੇ ਜੀ। ਪਰ ਇੱਕ ਘਟਨਾ, ਕਈ ਵਾਰ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਫਿਰ ਸੋਚਣ ਲਈ ਮਜਬੂਰ ਕਰਦੀਆਂ। ਆਲਮਾ ਇਕਬਾਲ ਨੇ ਜਦੋਂ ਇੱਕ ਇਹ ਗੀਤ ਲਿਖਿਆ ਸੀ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਤੇ ਉਹ ਉਹਨਾਂ ਦੀ ਸੋਚ ਦੇ ਵਿੱਚ ਇੱਕ ਗੱਲ ਕਦੇ ਵੀ ਨਹੀਂ ਹੋਣੀ ਕਿ ਕਦੇ ਇਸ ਗੀਤ ਨੂੰ ਕੋਈ ਇਦਾਂ ਵੀ ਗਾਊਗਾ, ਮਜ਼ਹਬ ਹੀ ਸਿਖਾਤਾ ਆਪਸ ਮੇਂ ਵੈਰ ਰੱਖਣਾ। ਹੁਣ ਤੇ ਇਦਾਂ ਲੱਗਦਾ ਕਿ ਧਰਮ ਹੀ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਿਖਾਉਂਦਾ ਆ ਜੀ। ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਫਿਰ ਤੁਹਾਨੂੰ ਪਰੇਸ਼ਾਨ ਕਰਦੀਆਂ ਨੇ। ਸੋ ਆਪਣੇ ਬੱਚਿਆਂ ਨੂੰ, ਆਪਣੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਕਦੇ ਵੀ ਇਹਨਾਂ ਜਿਹੜੀਆਂ ਘਟਨਾਵਾਂ ਆ ਇਹਨਾਂ ਨੂੰ ਇੰਨੀ ਇਹਨਾਂ ਨੂੰ ਕੀ ਕਹਿ ਸਕਦੇ ਹੁਣ, ਇੰਨੀ ਤਵੱਜੋ ਨਾ ਦਿਓ। ਬੰਦੇ ਨੂੰ ਬੰਦੇ ਨਾਲ ਵੰਡਣ ਦੀਆਂ ਕਹਾਣੀਆਂ ਨਾ ਛੇੜੀਆਂ ਜਾਣ, ਕਿਉਂਕਿ ਕਿੰਨਾ ਕੁ ਫਰਕ ਹੋਣਾ ਆ ਉਸ ਔਰਤ ਦੀ ਬਣਾਈ ਹੋਈ ਰੋਟੀ ਦੇ ਵਿੱਚ ਤੇ ਕਿਸੇ ਹੋਰ ਔਰਤ ਦੀ ਬਣਾਈ ਹੋਈ ਰੋਟੀ ਦੇ ਵਿੱਚ। ਇਹ ਜਾਤ ਪਾਤ, ਇਹ ਧਰਮ, ਇਸ ਤੋਂ ਅੱਗੇ ਨਿਕਲ ਕੇ ਸੋਚਣ ਦੀ ਲੋੜ ਹੈ। ਦੁਨੀਆ ਜਿਹੜੀ ਆ ਉਹ ਕਿੱਥੇ ਦੀ ਕਿੱਥੇ ਪਹੁੰਚ ਗਈ। ਜੇ ਤੁਸੀਂ ਆਪਣੇ ਧਰਮ ਦੇ ਨਾਲ ਜੁੜੇ ਹੋਏ ਆ ਤੇ ਧਰਮ ਨੂੰ ਨਿੱਜੀ ਵਿਸ਼ਾ ਹੀ ਬਣਾ ਕੇ ਰੱਖੋ, ਇਹਨੂੰ ਹੋਰ ਪਾਸਿਆਂ ਤੱਕ ਨਾ ਲੈ ਕੇ ਜਾਈਏ ਤੇ ਚੰਗੀ ਗੱਲ ਹੈ। ਜੀ ਸ਼ਰਮਾ ਜੀ, ਮੈਨੂੰ ਲੱਗਦਾ ਧਰਮ ਸਾਨੂੰ ਨਹੀਂ ਸਿਖਾਉਂਦਾ ਆਪਸ 'ਚ ਵੈਰ ਰੱਖਣਾ। ਧਰਮ ਦੇ ਜਿਹੜੇ ਠੇਕੇਦਾਰ ਬਣ ਬੈਠੇ ਨੇ ਉਹੀ ਸਾਨੂੰ ਸਿਖਾਉਂਦੇ ਨੇ ਕਿ ਕਿਵੇਂ ਆਪਸ ਵਿੱਚ ਵੈਰ ਰੱਖਣਾ ਹੈ। ਸੋ ਇਸ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਰਮਾ ਜੀ, ਆਮ ਆਦਮੀ ਪਾਰਟੀ ਵੱਲੋਂ ਹੋਰ 12 ਸੀਟਾਂ ਦਾ ਪੰਜਾਬ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ। ਜੇ ਅਸੀਂ ਦੇਖੀਏ ਤਾਂ ਇਸ ਵਾਰੀ ਆਮ ਆਦਮੀ ਪਾਰਟੀ ਵੀ ਕਾਫੀ ਜ਼ੋਰ ਸ਼ੋਰ ਦੇ ਨਾਲ ਲੱਗੀ ਹੋਈ ਹੈ ਤੇ ਉਹਨੇ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਹ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਸੀਟਾਂ ਐਲਾਨ ਕਰਨੀਆਂ ਪੈਣੀਆਂ ਨੇ। ਵਜ੍ਹਾ ਇਹ ਆ ਕਿ ਇਹ ਨਾ ਹੋਵੇ ਕਿ ਸੀਟਾਂ ਐਲਾਨ ਨਾ ਕਰੀਏ ਤੇ ਐਲਾਨ ਬੀਜੇਪੀ ਵਾਲੇ ਕਰ ਦੇਣ, ਕਿਉਂਕਿ ਉਹਨਾਂ ਲਈ ਬੜੀ ਸਮੱਸਿਆ ਬਣੀ ਹੋਈ ਆ। 117 ਸੀਟਾਂ ਉਹਨਾਂ ਨੇ ਵੀ ਪੂਰੀਆਂ ਕਰਨੀਆਂ ਤੇ ਲੀਡਰ ਉਹਨਾਂ ਕੋਲ ਘੱਟ ਨੇ। ਜੋੜ ਤੋੜ ਲਾ ਕੇ ਵੀ ਉਹਨਾਂ ਨੇ ਦੇਖਿਆ ਵੀ ਹਾਲੇ ਤੱਕ ਵੀ ਕਿਆਸ ਰਹੀਆਂ, ਭਾਵੇਂ ਕਿ ਲੱਗ ਰਹੀਆਂ ਕਿ ਕਾਂਗਰਸ ਤੋਂ 15-20 ਬੰਦੇ ਉੱਧਰ ਚੱਲ ਜਾਣੇ ਆ, ਆਮ ਆਦਮੀ ਪਾਰਟੀ ਤੋਂ ਵੀ ਚੱਲ ਜਾਣੇ ਆ, ਅਕਾਲੀ ਦਲ ਦੇ ਵੱਡੇ ਵੱਡੇ ਰਿਸ਼ਤੇਦਾਰ ਵੀ ਕਹਿੰਦੇ ਉੱਧਰ ਚੱਲ ਜਾਣੇ, ਪਰ ਫੇਰ ਵੀ ਸਾਰਾ ਜੋੜ ਲਾ ਕੇ ਵੀ 117 ਪੂਰੇ ਨਹੀਂ ਹੁੰਦੇ। ਦੂਜੀ ਗੱਲ ਇਹ ਆ ਕਿ ਅਮਿਤ ਸ਼ਾਹ ਨੇ ਕੱਲ ਜਿਹੜੀ ਮੀਟਿੰਗ ਕੀਤੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਗੱਠ ਜੋੜ ਜਿਹੜਾ ਆ ਉਹਦੇ 'ਚ ਇਹ ਸੀਟਾਂ ਜਿਹੜੀ ਆ ਉਹਨਾਂ ਦੀ ਵੰਡ ਨਹੀਂ ਹੋਣੀ। ਇਹ ਕੋਈ ਸ਼ਰਤ ਨਹੀਂ ਹੈਗੀ ਕਿ ਸੁਖਦੇਵ ਸਿੰਘ ਢੀਂਡਸਾ ਜੀ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀਆਂ ਸੀਟਾਂ ਮਿਲਣੀਆਂ। ਉਹ ਕਹਿੰਦੇ ਆਪਣੇ ਆਪਣੇ ਪੱਤੇ ਸਾਡੇ ਸਾਹਮਣੇ ਰੱਖ ਦਿਓ, ਜਿਹੜੀ ਸੀਟ ਦਾ ਵਿਨਿੰਗ ਕੈਂਡੀਡੇਟ ਹੋਊਗਾ ਉਹਨੂੰ ਟਿਕਟ ਦੇ ਦਿਆਂਗੇ। ਸੋ ਇਹਦੇ ਹਿਸਾਬ ਦੇ ਨਾਲ ਉਹਨਾਂ ਨੇ 117 ਜਿਹੜੇ ਉਹ ਪੂਰੇ ਕਰਨੇ ਆ ਤੇ ਫਿਰ ਸਾਰਿਆਂ ਨੂੰ ਹੁਣ ਫਿਕਰ ਤੇ ਹੈਗਾ। ਅਕਾਲੀ ਦਲ ਕਿਉਂਕਿ ਪਹਿਲਾਂ ਸੀਟਾਂ ਦਾ ਐਲਾਨ ਲਗਭਗ ਕਰ ਚੁੱਕਿਆ, ਕੁਝ ਕੁ ਸੀਟਾਂ ਹੀ ਉਹਨਾਂ ਦੀਆਂ ਰਹਿੰਦੀਆਂ ਜਿਹੜੀਆਂ ਐਲਾਨ ਕਰਨ ਵਾਲੀਆਂ। ਤੇ ਕਾਂਗਰਸ ਵਾਲੇ ਜਿੱਦਾਂ ਅਸੀਂ ਜਾਣਦੇ ਹਾਂ ਕਿ ਹਾਲੇ ਸਕਰੀਨਿੰਗ ਕਮੇਟੀ ਦੀਆਂ ਮੀਟਿੰਗਾਂ ਚੱਲਦੀਆਂ। ਅਲਵਾਰੂ ਸਾਹਿਬ, ਚੰਦਨ ਜੀ ਤੇ ਨਾਲ ਦੀ ਨਾਲ ਅਜੇ ਮਾਕਨ, ਉਹਨਾਂ ਕੋਲ ਹਾਲੇ ਫਾਈਲ ਕਦੋਂ ਪਹੁੰਚਣੀ ਆ? ਹਾਲੇ ਤੇ ਸਿੱਧੂ ਸਾਹਿਬ ਦੀ ਕਮੇਟੀ ਤੱਕ ਹੀ ਨਹੀਂ ਪਹੁੰਚੀਆਂ। ਪਰ ਸਿੱਧੂ ਸਾਹਿਬ ਨੇ ਇੱਕ ਕੰਮ ਸ਼ੁਰੂ ਕਰ ਦਿੱਤਾ ਕਿ ਜਿੱਥੇ ਜਿੱਥੇ ਵੀ ਰੈਲੀ ਕਰਨ ਜਾਂਦੇ ਨੇ ਸੁਖਬੀਰ ਵਾਲੇ ਸਟਾਈਲ 'ਚ, ਉੱਥੇ ਜਿਹੜਾ ਮੌਜੂਦਾ ਹਲਕਾ ਇੰਚਾਰਜ ਜਾਂ ਜਿਹੜਾ ਬੰਦਾ ਉਹਨਾਂ ਦੇ ਨੇੜਲਾ ਹੁੰਦਾ ਉਹਨੂੰ ਥਾਪੀ ਜ਼ਰੂਰ ਦੇ ਦਿੰਦੇ ਨੇ। ਤੇ ਕੱਲ ਇੱਕ ਵੱਡੀ ਗੱਲ ਕੱਲ ਦੀ ਇਹ ਵੀ ਖਬਰ ਰਹੀ ਆ ਹਰਪ੍ਰੀਤ ਜੀ ਕਿ ਕਾਂਗਰਸ ਦੀ ਉਹ ਜਿਹੜੀ ਮੀਟਿੰਗ ਸੀ ਉੱਥੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਇੱਕ ਪਰਿਵਾਰ 'ਚੋਂ ਇੱਕ ਹੀ ਟਿਕਟ ਜਿਹੜੀ ਆ ਉਹ ਦਿੱਤੀ ਜਾਵੇਗੀ। ਇਸ ਤਰੀਕੇ ਦੇ ਨਾਲ ਸਭ ਤੋਂ ਵੱਡਾ ਹਮਲਾ ਜਿਹੜਾ ਕੱਲ ਦਾ ਉਹ ਮੁੱਖ ਮੰਤਰੀ ਚੰਨੀ ਸਾਹਿਬ ਤੇ ਹੀ ਰਿਹਾ, ਕਿਉਂਕਿ ਉਹਨਾਂ ਦੇ ਭਰਾ ਜਿਹੜੇ ਡਾਕਟਰ ਸਾਹਿਬ ਨੇ ਉਹ ਵੀ ਟਿਕਟ ਮੰਗਦੇ ਸੀ ਤੇ ਉਹਨਾਂ ਦੇ ਹੀ ਹਲਕੇ ਬਸੀ ਪਠਾਣਾ ਦੇ ਵਿੱਚ ਸਿੱਧੂ ਸਾਹਿਬ ਨੇ ਫਿਰ ਜਿਹੜੀ ਉੱਥੇ ਦੀ ਟਿਕਟ ਦੀ ਅਨਾਉਂਸਮੈਂਟ ਜਿਹੜੀ ਆ ਉਹ ਕਰ ਦਿੱਤੀ ਸੀ ਤੇ ਸ਼ਬਦੀ ਹਮਲੇ ਵੀ ਉਹਨਾਂ ਨੇ ਬੋਲੇ ਸੀ ਵੀ ਫੈਮਿਲੀ ਕੋਈ ਨਹੀਂ ਕਿਸੇ ਦੀ, ਜਿਹੜਾ ਜਿੱਤਣ ਵਾਲਾ ਹੋਊਗਾ ਉਹੀ ਆਊਗਾ, ਜਿਹੜਾ ਬੰਦਾ ਮਿਹਨਤ ਕਰੂਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਸੋਚ ਤੇ ਅੱਗੇ ਜਾਊਗਾ ਉਹੀ ਲੈ ਕੇ ਆਊਗਾ। ਤੇ ਇਹ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਜਿਹੜੀ ਵੱਖਰੀ ਸੋਚ ਆ ਉਹਦੇ ਬਾਰੇ ਵੀ ਸਿੱਧੂ ਸਾਹਿਬ ਨੂੰ ਹੀ ਪਤਾ ਹੋਣਾ, ਕਿਉਂਕਿ ਉਹਨਾਂ ਦੀ ਹੁਣ ਤੱਕ ਕੋਈ ਵੱਡੀ ਪੋਲੀਟੀਕਲ ਸੋਚ ਰਾਹੁਲ ਗਾਂਧੀ ਦੀ ਤੇ ਨਿਕਲ ਕੇ ਅੱਜ ਤੱਕ ਸਾਹਮਣੇ ਆਈ ਨਹੀਂ। ਤੇ ਤੁਸੀਂ ਸਵਾਲ ਸਾਡਾ ਕੁਝ ਹੋਰ ਸੀ, ਚਲੇ ਅਸੀਂ ਕਿਤੇ ਹੋਰ ਗਏ। ਆਮ ਆਦਮੀ ਪਾਰਟੀ ਦੀਆਂ 12 ਸੀਟਾਂ ਹੀ ਤੁਸੀਂ ਐਲਾਨ ਕਰਦੇ ਸੀ। ਵੱਡੇ ਖਿਡਾਰੀ ਰਹੇ ਨੇ ਤੇ ਪੁਲਿਸ ਦੇ ਅਫਸਰ ਵੀ ਰਹੇ ਨੇ। ਸੱਜਣ ਸਿੰਘ ਚੀਮਾ, ਉਹਨਾਂ ਨੂੰ ਟਿਕਟ ਦਿੱਤੀ ਆ ਸੁਲਤਾਨਪੁਰ ਲੋਧੀ ਤੋਂ। ਹੁਸ਼ਿਆਰਪੁਰ ਤੋਂ ਕਾਫੀ
ਵੱਡਾ ਜਿਹੜਾ ਫੇਰ ਬਦਲ ਹੋਇਆ। ਬ੍ਰਹਮ ਸ਼ੰਕਰ ਜਿੰਪਾ ਉੱਥੇ ਕਾਫੀ ਲੰਬਾ ਸਮਾਂ ਕਾਉਂਸਲਰ ਰਹੇ ਤੇ ਮੇਅਰ ਦੀ ਇਲੈਕਸ਼ਨ ਦੇ ਵਿੱਚ ਉਹ ਮੇਅਰ ਦੇ ਕੰਟੈਂਡੈਂਟ ਸੀ, ਪਰ ਜਿਹੜੇ ਐਮਐਲਏ ਸਾਹਿਬ ਉੱਥੋਂ ਮਿਨਿਸਟਰ ਸੀ ਸ਼ਾਮ ਸੁੰਦਰ ਅਰੋੜਾ ਜੀ, ਉਹਨਾਂ ਨੇ ਉਹਨਾਂ ਨੂੰ ਮੇਅਰ ਬਣਾਇਆ ਨਹੀਂ ਕਿਹਾ ਜਾਂਦਾ ਤੇ ਜਿੰਪਾ ਜੀ ਨਾਰਾਜ਼ ਹੋ ਗਏ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਜੀ। ਸ਼ਹਿਰ ਦੇ ਵਿੱਚ ਉਹਨਾਂ ਦਾ ਵੱਡਾ ਆਧਾਰ ਆ, ਉਹਨਾਂ ਨੂੰ ਟਿਕਟ ਮਿਲੀ ਆ ਤੇ ਮੇਰਾ ਆਪਣਾ ਮੰਨਣਾ ਆ ਕਿਉਂਕਿ ਆਪਣਾ ਜ਼ਿਲ੍ਹਾ ਆ ਤੇ ਉੱਥੇ ਜਿਹੜੀ ਆ ਇੱਕ ਟਫ ਫਾਈਟ ਦੇਖਣ ਨੂੰ ਮਿਲੂਗੀ। ਹਰਜੋਤ ਸਿੰਘ ਬੈਂਸ ਨੂੰ ਅਨੰਦਪੁਰ ਸਾਹਿਬ ਤੋਂ, ਬਾਬਾ ਬਕਾਲਾ ਤੋਂ ਦਲਬੀਰ ਸਿੰਘ, ਏਡੀਸੀ ਜਸਵਿੰਦਰ ਸਿੰਘ ਅਟਾਰੀ ਤੋਂ, ਕੁੱਲ ਮਿਲਾ ਕੇ 12 ਜਿਹੜੀਆਂ ਸੀਟਾਂ ਆ ਉਹ ਆਮ ਆਦਮੀ ਪਾਰਟੀ ਨੇ ਅਨਾਉਂਸ ਕਰ ਦਿੱਤੀਆਂ। ਕੁਝ ਸੀਟਾਂ ਉਹ ਪਹਿਲਾਂ ਅਨਾਉਂਸ ਕਰ ਚੁੱਕੇ ਨੇ, ਕੁਝ ਜਿਹੜੇ ਐਮਐਲਏ ਸੀ ਸਿਟਿੰਗ ਉਹਨਾਂ ਨੂੰ ਟਿਕਟਸ ਦੇ ਚੁੱਕੇ ਆ ਤੇ ਹੁਣ ਉਹਨਾਂ ਦੀ ਸੀਟਾਂ ਦੀ ਗਿਣਤੀ ਵੀ 40 ਦੇ ਨੇੜੇ ਤੇੜੇ ਜਿਹੜੀ ਆ ਉਹ ਹੋ ਗਈ ਆ। ਇਹੋ ਜਿਹੀਆਂ ਸਾਨੂੰ ਖਬਰਾਂ ਰੋਜ਼ ਹੀ ਮਿਲਦੀਆਂ ਰਹਿਣਗੀਆਂ। ਆਮ ਆਦਮੀ ਪਾਰਟੀ ਤੋਂ ਜਿਸ ਗੱਲ ਦੀ ਤਵੱਕੋ ਕੀਤੀ ਜਾਂਦੀ ਆ ਉਹ ਇਹ ਆ ਕਿ ਜੂਨ ਮਹੀਨੇ ਤੋਂ ਇਹ ਕਹਿ ਰਹੇ ਆ ਕਿ ਅਸੀਂ ਮੁੱਖ ਮੰਤਰੀ ਦਾ ਜਿਹੜਾ ਆ ਉਹ ਇੱਕ ਵਧੀਆ, ਇੱਕ ਪ੍ਰਭਾਵਸ਼ਾਲੀ, ਇੱਕ ਸਿੱਖ, ਇੱਕ ਰਿਸਪੈਕਟਡ, ਸਭ ਨੂੰ ਪਸੰਦ ਆਉਣ ਵਾਲਾ ਚਿਹਰਾ ਦੇਵਾਂਗੇ। ਉਹ ਪਤਾ ਨਹੀਂ ਕਿਹਨੂੰ ਉਹ ਸਰਦਾਰ ਬਣਾਉਣ ਦੀ ਕੋਸ਼ਿਸ਼ 'ਚ ਨੇ ਜਾਂ ਕਿਹਦੇ ਲਈ ਉਹ ਤਿਆਰੀ ਕਰ ਰਹੇ ਨੇ, ਉਹ ਨਹੀਂ ਹਲੇ ਦੱਸਦੇ। ਪਰ ਫਿਰ ਵੀ ਜਿਹੜੀਆਂ ਟਿਕਟ ਸੀਟਾਂ ਦੀ ਵੰਡ ਹੋਈ ਆ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਮਾਹੌਲ ਜਿਹੜਾ ਆ ਉਹ ਜ਼ਰੂਰ ਗਰਮਾਵੇਗਾ। ਜੀ ਸ਼ਰਮਾ ਜੀ, ਪੰਜਾਬ ਦੇ ਵਿੱਚ ਤਾਂ ਵੈਸੇ ਹੀ ਜਿੰਨੀ ਠੰਡ ਹੈ ਓਨੀ ਹੀ ਚੋਣਾਂ ਦੀ ਇਸ ਵੇਲੇ ਗਰਮੀ ਵੀ ਹੈ। ਤੇ ਜੇ ਅਸੀਂ ਗੱਲ ਕਰੀਏ ਨਾ ਸਿਰਫ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ 2022 ਦੇ ਵਿੱਚ, ਬਲਕਿ ਯੂਪੀ ਦੇ ਵਿੱਚ ਵੀ ਹੋਣੀਆਂ ਨੇ। ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਯੂਪੀ ਦੇ ਵਿੱਚ ਕਾਫੀ ਜ਼ਿਆਦਾ ਜੇ ਅਸੀਂ ਕਹੀਏ ਤੇ ਬਾਰ-ਬਾਰ ਉਹ ਉੱਥੇ ਦੇ ਚੱਕਰ ਲਗਾ ਰਹੇ ਨੇ। ਪੰਜਾਬ ਵਿੱਚ ਹਾਲਾਂਕਿ ਖੇਤੀ ਕਾਨੂੰਨਾਂ ਤੋਂ ਬਾਅਦ ਉਹਨਾਂ ਦਾ ਹਜੇ ਤੱਕ ਆਣਾ ਹੋਇਆ ਨਹੀਂ, ਪਰ ਯੂਪੀ ਦੇ ਵਿੱਚ ਉਹਨਾਂ ਦੇ ਚੱਕਰ ਬਹੁਤ ਲੱਗ ਰਹੇ ਨੇ। ਕੀ ਕਹਿਣਾ ਚਾਹੋਗੇ? ਜੀ ਹਰਪ੍ਰੀਤ ਜੀ, ਤੁਸੀਂ ਬਿਲਕੁਲ ਸਹੀ ਦੱਸਿਆ ਕਿ ਚੋਣਾਂ ਜਿਹੜੀਆਂ ਨੇ ਉਹ ਸਿਰਫ ਪੰਜਾਬ 'ਚ ਹੀ ਨਹੀਂ, ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਤੇ ਗੋਆ 'ਚ ਵੀ ਹੋਣੀਆਂ ਨੇ। ਉੱਤਰਾਖੰਡ ਦੇ ਵਿੱਚ ਵੀ ਬੜਾ ਰੌਲਾ ਪਿਆ ਹੋਇਆ, ਉੱਥੇ 1-2 ਦਿਨਾਂ ਤੋਂ ਕੁਝ ਧਾਰਮਿਕ ਜਿਹੜੀਆਂ ਘਟਨਾਵਾਂ ਨੇ ਉਹ ਵੀ ਘਟ ਰਹੀਆਂ। ਉੱਥੇ ਇੱਕ ਧਾਰਮਿਕ ਸੰਮੇਲਨ ਹੋ ਰਿਹਾ ਸੀ ਉੱਤਰਾਖੰਡ ਦੇ ਵਿੱਚ, ਉੱਥੇ ਵੀ ਜਿਹੜੇ ਬੀਜੇਪੀ ਤੋਂ ਕੁਝ ਲੋਕ ਸੀ, ਹਾਲਾਂਕਿ ਉਹ ਧਾਰਮਿਕ ਸੰਮੇਲਨ ਸੀ, ਹਿੰਦੂ ਧਰਮ ਨੂੰ ਲੈ ਕੇ ਸੰਮੇਲਨ ਸੀ। ਹਰਿਦੁਆਰ ਹਾਲਾਂਕਿ ਬਹੁਤ ਪਵਿੱਤਰ ਨਗਰੀ ਆ, ਬਿਲਕੁਲ, ਪਰ ਇਹ ਜਿਹੜੇ ਲੀਡਰ ਲੋਕ ਨੇ ਇਹਨਾਂ ਲਈ ਪਵਿੱਤਰਤਾ ਕੁਝ ਮਾਇਨੇ ਨਹੀਂ ਰੱਖਦੀ। ਇਹਨਾਂ ਨੂੰ ਸਿਰਫ ਔਰ ਸਿਰਫ, ਚਾਹੇ ਉਹ ਧਰਮ ਹੋਵੇ ਚਾਹੇ ਉਹ ਜਾਤੀ ਹੋਵੇ, ਇਹਨਾਂ ਲਈ ਸਿਰਫ ਔਰ ਸਿਰਫ ਜਿਹੜਾ ਆ ਉਹ ਵੋਟ ਬੈਂਕ ਦੀ ਕਹਾਣੀ ਹੀ ਨਜ਼ਰ ਆਉਂਦੀ ਆ। ਉੱਥੇ ਉਹਨਾਂ ਨੇ ਮੁਸਲਮਾਨ ਜਾਤੀ ਲਈ ਕੁਝ ਅਜਿਹੇ ਭਾਸ਼ਣ, ਕੁਝ ਅਜਿਹੀਆਂ ਗੱਲਾਂ ਕੀਤੀਆਂ ਜਿਹਨੂੰ ਲੈ ਕੇ ਕਾਫੀ ਦਿਨਾਂ ਤੋਂ ਜਿਹੜਾ ਆ ਉਹ ਰੌਲਾ ਮਚਿਆ ਹੋਇਆ। ਕੁਝ ਨਾਮ ਨੇ ਬੀਜੇਪੀ ਦੇ ਲੀਡਰਾਂ ਦੇ, ਅਸ਼ਵਨੀ ਉਪਾਧਿਆਏ, ਉਦਿਤਾ ਤਿਆਗੀ, ਪ੍ਰਬੋਧਾਨੰਦ ਗਿਰੀ ਤੇ ਸਾਧਵੀ ਅੰਨਪੂਰਣਾ। ਇਹ ਕੁਝ ਅਜਿਹੇ ਲੋਕ ਨੇ ਜਿਹੜੇ ਅਕਸਰ ਜਦੋਂ ਬੋਲਦੇ ਨੇ ਉਹ ਖਾਸ ਤੌਰ ਤੇ ਮੁਸਲਮਾਨ ਸਮਾਜ ਦੇ ਖਿਲਾਫ ਹੀ ਬੋਲਦੇ ਨੇ। ਉੱਥੇ ਵੀ ਉਹਨਾਂ ਨੇ ਕੁਝ ਅਜਿਹੇ ਭਾਸ਼ਣ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਇਸ ਕੰਮ ਲਈ ਵੀ ਲੋਕਾਂ ਨੂੰ ਤਿਆਰ ਹੋਣ ਲਈ ਕਿਹਾ ਕਿ ਇਹਨਾਂ ਲੋਕਾਂ ਨੂੰ ਜਾਨੋਂ ਮਾਰ ਕੇ ਹੀ ਸਾਡੇ ਸਮਾਜ ਚੋਂ ਮੁਕਾਇਆ ਜਾਵੇਗਾ। ਤੇ ਉਸ ਤੋਂ ਬਾਅਦ ਜਦੋਂ ਉੱਥੇ ਰੌਲਾ ਪਿਆ ਤੇ ਇਹਨਾਂ 3-4 ਨਾਮਾਂ ਨੂੰ ਛੱਡ ਕੇ ਜਿਹੜਾ ਪਰਚਾ ਦਰਜ ਕੀਤਾ ਗਿਆ ਕੁਝ ਹੋਰ ਲੋਕਾਂ ਤੇ ਦਰਜ ਕੀਤਾ ਗਿਆ। ਹਾਲਾਂਕਿ ਉਹ ਵੀ ਬੀਜੇਪੀ ਨਾਲ ਜੁੜੇ ਹੋਏ ਲੋਕ ਸੀ, ਪਰ ਉਹਨਾਂ ਚੋਂ ਇੱਕ ਆਦਮੀ ਅਜਿਹਾ ਸੀ ਜਿਹੜਾ ਕਿ ਆਪਣਾ ਮੁਸਲਮਾਨ ਧਰਮ ਛੱਡ ਕੇ ਹਿੰਦੂ ਧਰਮ ਅਪਣਾਇਆ ਹੋਇਆ ਸੀ। ਉਹਦੇ ਤੇ ਪਰਚਾ ਦਰਜ ਕੀਤਾ ਗਿਆ ਲੋਕਾਂ ਨੂੰ ਭੜਕਾਉਣ ਦਾ ਜਾਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਜਾਂ ਦੰਗੇ ਫੈਲਾਉਣ ਵਾਲਾ। ਹੁਣ ਉਹ ਕਹਾਣੀ ਜਿਹੜੀ ਇਹ ਆ ਕਿ ਜਿੱਥੇ ਜਿੱਥੇ ਚੋਣਾਂ ਆ ਰਹੀਆਂ ਉੱਥੇ ਉੱਥੇ ਬੀਜੇਪੀ ਜਾਂ ਸਾਰੀਆਂ ਹੀ ਸਿਆਸੀ ਪਾਰਟੀਆਂ, ਮੈਂ ਇਕੱਲੇ ਬੀਜੇਪੀ ਦੀ ਗੱਲ ਨਾ ਕਰਾਂ ਤੇ ਜ਼ਿਆਦਾ ਚੰਗੀ ਗੱਲ ਆ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੂਗੀ, ਪਰ ਕੱਲ ਦੇ ਬੰਬ ਧਮਾਕੇ ਤੋਂ ਬਾਅਦ ਚੰਨੀ ਸਾਹਿਬ ਦਾ ਜਿਹੜਾ ਬਿਆਨ ਆ ਉਹ ਵੀ ਸਾਨੂੰ ਬਹੁਤ ਕੁਝ ਚੰਗਾ ਨਹੀਂ ਲੱਗਾ। ਉਹਨਾਂ ਨੇ ਕਿਹਾ ਕਿ ਮਜੀਠੀਏ ਤੇ ਪਰਚਾ ਹੋਇਆ ਇਸ ਕਰਕੇ ਬੰਬ ਧਮਾਕਾ ਹੋਇਆ। ਸੋ ਇਹ ਜਿਹੜੀਆਂ ਕਹਾਣੀਆਂ ਨੇ ਇਹ ਤੁਹਾਡੇ ਮਨੋਰਥ ਜ਼ਰੂਰ ਸਿੱਧ ਕਰਦੀਆਂ ਹੋਣਗੀਆਂ, ਤੁਹਾਡੀਆਂ ਕਹਾਣੀਆਂ ਨੂੰ ਇਹ ਜ਼ਰੂਰ ਸਿੱਧ ਕਰਦੀਆਂ ਹੋਣਗੀਆਂ, ਪਰ ਇਹ ਲੋਕਾਂ ਨੂੰ ਆਪਸ 'ਚ ਲੜਾਉਣ ਦਾ ਕੰਮ ਕਰਦੀਆਂ ਤੇ ਆਪ ਤੁਸੀਂ ਉੱਪਰ ਠੀਕ ਠਾਕ ਆਰਾਮ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਆ। ਜੇਕਰ ਤੁਸੀਂ ਆਮ ਲੋਕਾਂ ਦੇ ਲੀਡਰ ਹੋ ਤੇ ਫਿਰ ਆਮ ਲੋਕਾਂ ਵਾਂਗ ਆਮ ਲੋਕਾਂ ਦੀ ਭਾਸ਼ਾ 'ਚ ਸੋਚੋ ਕਿ ਪੰਜਾਬ ਦੀ ਕੋਈ ਵੀ ਸਿਆਸੀ ਧਿਰ ਜੇ ਅਜਿਹਾ ਕੰਮ ਕਰਦੀ ਆ ਫਿਰ ਤੁਸੀਂ ਉਹਦੇ ਲਈ ਇਹੋ ਜਿਹੇ ਸ਼ਬਦ ਨਾ ਵਰਤੋ, ਫਿਰ ਤੁਸੀਂ ਆਪਣੀ ਜਾਣਕਾਰੀ 'ਚ ਵਾਧਾ ਕਰੋ ਤੇ ਉਹ ਸਾਰੀ ਕਹਾਣੀ ਫਿਰ ਲੋਕਾਂ ਨੂੰ ਵੀ ਦੱਸੋ ਕਿ ਕਿਉਂ ਇਹ ਧਮਾਕਾ ਜਿਹੜਾ ਆ ਉਹ ਮਜੀਠੀਆ ਸਾਹਿਬ ਦੇ ਫੜੇ ਜਾਣ ਨਾਲ ਜਾਂ ਮਜੀਠੀਆ ਦੇ ਉੱਤੇ ਪਰਚਾ ਦਰਜ ਕਰਨ ਨਾਲ ਹੋਇਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਨਹੀਂ ਕਰਨੀਆਂ ਚਾਹੀਦੀਆਂ। ਬਿਲਕੁਲ, ਤੇ ਜਾਂ ਫਿਰ ਉਸ ਤੋਂ ਬਾਅਦ ਉਸ ਦੀ ਸਜ਼ਾ ਦਾ ਵੀ ਪ੍ਰਬੰਧ ਕਰੋ ਤੇ ਲੋਕਾਂ ਨੂੰ ਸੱਚਾਈ ਵੀ ਉਹਨਾਂ ਦੇ ਸਾਹਮਣੇ ਲੈ ਕੇ ਆਓ ਜੇ ਇਸ ਤਰ੍ਹਾਂ ਬੋਲਣਾ ਹੁੰਦਾ ਤਾਂ। ਤੇ ਸ਼ਰਮਾ ਜੀ, ਮੋਦੀ ਜੀ ਦਾ ਵਾਰ-ਵਾਰ ਜਾਣਾ ਯੂਪੀ ਹਰਿਦੁਆਰ ਦੇ ਵਿੱਚ, ਕੀ ਕਹਿਣਾ ਚਾਹੋਗੇ ਉਸ ਬਾਰੇ? ਬਿਲਕੁਲ ਜੀ, ਸਵਾਲ ਫਿਰ ਸਾਡਾ ਉੱਥੇ ਹੀ ਸੀਗਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ। ਭਾਰਤ ਦਾ ਸਭ ਤੋਂ ਵੱਡਾ ਪ੍ਰਾਂਤ ਆ, 400 ਤੋਂ ਵੀ ਵੱਧ ਉੱਥੇ ਐਮਐਲਏ ਦੀਆਂ ਸੀਟਾਂ ਨੇ। ਯੋਗੀ ਆਦਿੱਤਿਆਨਾਥ ਉੱਥੇ ਮੁੱਖ ਮੰਤਰੀ ਨੇ, ਬੀਜੇਪੀ ਦੀ ਸਰਕਾਰ ਆ। ਇਸ ਤੋਂ ਪਹਿਲਾਂ ਬੀਜੇਪੀ ਦੀ ਸਰਕਾਰ ਉੱਥੇ ਬਹੁਤ
ਸਾਲ ਪਹਿਲਾਂ ਬਣੀ ਸੀ, ਜੀ। ਜਦੋਂ ਰਾਜਨਾਥ ਸਿੰਘ ਸੀ ਜਾਂ ਕਲਿਆਣ ਸਿੰਘ ਵੀ ਮੁੱਖ ਮੰਤਰੀ ਰਹੇ ਉੱਥੇ। ਹੁਣ ਦੇ ਜੋ ਹਾਲਾਤ ਨੇ ਉੱਥੇ ਇਦਾਂ ਦੇ ਹਾਲਾਤ ਲੱਗਦੇ ਨੇ। ਅਯੁੱਧਿਆ ਵਾਲੀ ਕਹਾਣੀ ਨੂੰ ਲੈ ਕੇ ਤੇ ਮੰਦਿਰ ਬਣਾਉਣ ਤੋਂ ਬਾਅਦ ਬੀਜੇਪੀ ਉੱਥੇ ਆਪਣੇ ਆਪ ਨੂੰ ਬਹੁਤ ਨਿਸ਼ਚਿੰਤ ਮਹਿਸੂਸ ਕਰਦੀ ਸੀ ਜੀ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੋਲਰਾਈਜੇਸ਼ਨ ਵੋਟਾਂ ਦੀ ਕਰ ਲਈ ਸੀ ਤੇ ਇਸ ਇੱਕ ਵੱਡੇ ਮਸਲੇ ਨੂੰ ਉਹਨਾਂ ਨੇ ਹੱਲ ਕੀਤਾ ਸੀ। ਉਸ ਤੋਂ ਬਾਅਦ ਯੂਪੀ ਦੇ ਵਿੱਚ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਦਾ ਆਪ ਇਲੈਕਸ਼ਨ ਲੜਨਾ ਤੇ ਉੱਥੇ ਵਾਰ-ਵਾਰ ਜਾਣਾ ਤੇ ਉੱਥੇ ਵਾਰਾਣਸੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਲੈ ਕੇ ਇੱਕ ਵੱਡਾ ਐਲਾਨ ਤੇ ਬਹੁਤ ਸੈਂਕੜੇ ਹਜ਼ਾਰਾਂ ਕਰੋੜਾਂ ਰੁਪਈਆ ਖਰਚ ਕੇ ਉਸ ਮੰਦਿਰ ਨੂੰ ਵੱਡਾ ਬਣਾਉਣਾ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ, ਹਾਲਾਂਕਿ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਆਪਣਾ ਨਿੱਜੀ ਧਾਰਮਿਕ ਜਿਹੜਾ ਅਹੁਦਾ ਸੀਗਾ ਉਹ ਵੀ ਸ਼ਾਮਲ ਸੀ। ਚੰਗੀ ਗੱਲ ਆ ਜੇ ਤੁਸੀਂ ਕਿਸੇ ਧਰਮ ਦੇ ਵਿੱਚ ਆਸਥਾ ਰੱਖਦੇ ਆ, ਤੁਸੀਂ ਕਿਤੇ ਪਾਠ ਪੂਜਾ ਦੇ ਵਿੱਚ ਤੁਹਾਡਾ ਧਿਆਨ ਜਾਂਦਾ ਹੈ ਤਾਂ ਚੰਗੀ ਗੱਲ ਆ। ਬੇਸ਼ੱਕ ਤੁਸੀਂ ਕੈਮਰੇ ਲੈ ਕੇ ਹੀ ਪਾਠ ਪੂਜਾ ਕਰਨ ਜਾਓ, ਉਹਦੇ 'ਚ ਵੀ ਕੋਈ ਮਾੜੀ ਗੱਲ ਨਹੀਂ, ਲੋਕ ਤੁਹਾਨੂੰ ਦੇਖ ਕੇ ਅਨੁਸਰਨ ਤਾਂ ਤੁਹਾਡਾ ਕਰਨਗੇ ਹੀ। ਪਰ ਹੁਣ ਉਸ ਤੋਂ ਬਾਅਦ ਇੱਕ ਕਰੋਨਾ ਤੇ ਇੱਕ ਕਿਸਾਨ ਅੰਦੋਲਨ, ਇਹਨਾਂ ਦੋਨਾਂ ਚੀਜ਼ਾਂ ਨੇ ਉੱਥੇ ਇੱਕ ਵੱਡਾ ਡੈਂਟ ਜਿਹੜਾ ਆ ਉਹ ਯੂਪੀ ਦੇ ਵਿੱਚ ਜ਼ਰੂਰ ਪਾਇਆ। ਉਸ ਤੋਂ ਬਾਅਦ ਫਿਰ ਬੀਜੇਪੀ ਨੂੰ ਇਹ ਗੱਲ ਲੱਗੀ ਕਿ ਜੇ ਇੱਥੇ ਕੁਝ ਮੁਸ਼ਕਲ ਨਾ ਆਵੇ ਤੇ ਫਿਰ ਉਹਨਾਂ ਨੇ ਦੁਬਾਰਾ ਉੱਥੇ ਬਹੁਤ ਸਾਰੀਆਂ ਚੀਜ਼ਾਂ ਨੂੰ ਫਿਰ ਤੋਂ ਲੜੀਬੱਧ ਕਰਨ ਦੀ ਜਿਹੜੀ ਆ ਕਹਾਣੀ ਜਿਹੜੀ ਆ ਉਹ ਅਪਣਾਈ। ਤੇ ਮੋਦੀ ਸਾਹਿਬ ਮੇਰੇ ਖਿਆਲ 3-4 ਵਾਰ ਜਾਏ ਆ ਤੇ 1-2 ਪ੍ਰਸਤਾਵਿਤ ਦੌਰੇ ਹੋਰ ਨੇ। ਹਰ ਵਾਰ ਉਹ ਕਈ 100 ਕਰੋੜ ਦੇ ਐਲਾਨ ਕਰਦੇ ਨੇ। ਕੱਲ ਵੀ ਕੋਈ 2000 ਕਰੋੜ ਤੋਂ ਵੱਧ ਦੇ ਐਲਾਨ ਜਿਹੜੇ ਉਹਨਾਂ ਨੇ ਵਾਰਾਣਸੀ ਤੋਂ ਕੀਤੇ। ਇੱਕ ਵੱਖਰੀ ਤਰ੍ਹਾਂ ਦੀ ਪਗੜੀ ਧਾਰਨ ਕਰਕੇ ਉਹ ਵਾਰਾਣਸੀ ਦੇ ਵਿੱਚ ਕੱਲ ਬੋਲਦੇ ਨਜ਼ਰ ਆਏ ਤੇ ਉੱਥੇ ਉਹਨਾਂ ਨੇ ਕੁਦਰਤੀ ਖੇਤੀ ਦੀਆਂ ਗੱਲਾਂ ਵੀ ਕੀਤੀਆਂ ਜਿਹੜੀਆਂ ਕਿ ਉਹ ਅਕਸਰ ਅੱਜ ਕੱਲ੍ਹ ਕਰਦੇ ਨੇ। ਤੇ ਅਸੀਂ ਜਾਣਦੇ ਹਾਂ ਕਿ ਕੁਦਰਤੀ ਖੇਤੀ ਜਿਹੜੀ ਆ ਉਹਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਤੇ ਧਰਾਤਲ ਤੌਰ ਤੇ ਕੁਦਰਤੀ ਖੇਤੀ ਨੂੰ ਅਪਣਾਉਣਾ ਜਿਹੜਾ ਆ ਉਹ ਬੜਾ ਮੁਸ਼ਕਿਲ ਆ। ਬਿਲਕੁਲ। ਉੱਤਰ ਪ੍ਰਦੇਸ਼ ਦੀ ਕਹਾਣੀ ਨੂੰ ਜੇ ਸਮਝੀਏ ਤਾਂ ਇਦਾਂ ਲੱਗਦਾ ਕਿ ਇਹਨਾਂ ਨੇ 2-3 ਤਰੀਕਿਆਂ ਦੇ ਨਾਲ ਪੂਰੇ ਦੇ ਪੂਰੇ ਮੁਲਕ ਨੂੰ ਹੀ ਵੰਡ ਲਿਆ। ਇੱਕ ਪਾਸੇ ਤੇ ਉਹ ਲੋਕ ਨੇ ਜਿਹੜੇ ਬੇਰੁਜ਼ਗਾਰੀ ਦੇ ਨਾਲ, ਮਹਿੰਗਾਈ ਦੇ ਨਾਲ ਤੇ ਹੋਰ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ, ਜਿਹੜੇ ਕਿ ਅਸਲ ਲੋਕਾਂ ਦੇ ਮੁੱਦੇ ਨੇ। ਤੇ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਨੇ ਮੰਦਿਰ, ਕਾਸ਼ੀ ਵਿਸ਼ਵਨਾਥ ਕੋਰੀਡੋਰ, ਧਰਮ, ਮਥੁਰਾ, ਗਾਂਧੀ ਬਨਾਮ ਗੋਡਸੇ, ਹਿੰਦੂ ਬਨਾਮ ਮੁਸਲਮਾਨ, ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਵੰਡ ਲਿਆ। ਤੇ ਅਸੀਂ ਅਕਸਰ ਜਾਣਦੇ ਹਾਂ ਕਿ ਧਰਮ ਜਿਹੜਾ ਆ ਉਹ ਸੌਫਟ ਕਾਰਨਰ ਆ ਹਰ ਬੰਦੇ ਦਾ, ਜਿੱਥੇ ਤੁਸੀਂ ਬਹੁਤ ਛੇਤੀ ਨਾਲ ਅਟੈਕ ਕਰ ਸਕਦੇ ਆ। ਤੇ ਮੋਦੀ ਸਾਹਿਬ ਇਸ ਚੀਜ਼ ਨੂੰ ਜਾਣ ਚੁੱਕੇ ਨੇ। ਉਹਨਾਂ ਦੀ ਜਿਹੜੀ ਪਿੱਛੇ ਬੈਠੀ ਸੰਸਥਾ ਆ ਉਹ ਵੀ ਇਸ ਗੱਲ ਨੂੰ ਜਾਣਦੀ ਆ। ਪਰ ਹੁਣ ਅਸੀਂ ਇਹ ਗੱਲ ਵੀ ਦੇਖ ਰਹੇ ਹਾਂ ਹਰਪ੍ਰੀਤ ਜੀ ਕਿ ਇਹ ਵੀ ਗੱਲ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਜਿੰਨੀ ਸਪੀਡ ਨਾਲ ਤੁਸੀਂ ਪ੍ਰਚਾਰ ਕੀਤਾ ਸੀ, ਜਿੰਨੀ ਤੇਜ਼ ਗਤੀ ਦੇ ਨਾਲ ਬੀਜੇਪੀ ਨੇ ਆਪਣਾ ਪੂਰੇ ਦੇਸ਼ ਦੇ ਵਿੱਚ ਇੱਕ ਆਈਡੀਓਲੋਜੀ ਨੂੰ ਸੈੱਟ ਕੀਤਾ, ਕਿ ਉਹ ਓਨੀ ਤੇਜ਼ੀ ਦੇ ਨਾਲ ਵਾਪਸ ਨਾ ਆ ਜਾਵੇ। ਕਿਉਂਕਿ ਜਿਹੜੀ ਚੀਜ਼ ਬਹੁਤ ਤੇਜ਼ੀ ਨਾਲ ਫੈਲਦੀ ਆ ਉਹਦੇ ਖਤਮ ਹੋਣ ਦੇ ਜਿਹੜੇ ਆ ਅਸਾਰ ਵੀ ਉਨੀ ਹੀ ਤੇਜ਼ੀ ਨਾਲ ਹੋ ਜਾਂਦੇ ਨੇ। ਸੋ ਇਹ ਜਿਹੜੀ ਘਟਨਾਕ੍ਰਮ ਆ ਇਹਨੂੰ ਜੇ ਅਸੀਂ ਦੇਖੀਏ ਪਿਛਲੇ 7-8 ਸਾਲ ਤੋਂ ਵਨ ਮੈਨ ਆਰਮੀ ਹੀ ਜਿਹੜੀ ਕੰਮ ਕਰ ਰਹੀ ਆ। ਹਾਲਾਂਕਿ ਬੀਜੇਪੀ ਦੇ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਤੇ RSS ਨੂੰ ਬਹੁਤ ਵੱਡੇ ਥਿੰਕਰਸ ਫੋਰਮ ਦੇ ਰੂਪ 'ਚ ਦੇਖਿਆ ਜਾਂਦਾ ਸੀ। ਉਹਨਾਂ ਦੀਆਂ ਸੈਂਕੜੇ ਸੰਗਠਨ ਨੇ, ਖੇਡਾਂ ਨੂੰ ਲੈ ਕੇ, ਧਰਮ ਨੂੰ ਲੈ ਕੇ, ਜਾਤੀਆਂ ਨੂੰ ਲੈ ਕੇ, ਸਮਾਜਿਕ ਕਲਿਆਣ ਨੂੰ ਲੈ ਕੇ, ਸਮਾਜ ਸੁਧਾਰ ਨੂੰ ਲੈ ਕੇ, ਵੱਖ-ਵੱਖ ਖੇਤਰਾਂ ਨੂੰ ਲੈ ਕੇ, ਚਾਹੇ ਉਹ ਅਸਾਮ ਸੀ, ਚਾਹੇ ਉਹ ਬੰਗਾਲ ਸੀ, ਚਾਹੇ ਉਹ ਹਿਮਾਲਿਆ ਦਾ ਇਲਾਕਾ ਆ, ਉੱਥੇ ਉਹਨਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਇੱਕੋ ਹੀ ਜਥੇਬੰਦੀ ਦੇ ਵਿੱਚ ਜਿਹੜੀਆਂ ਆ ਉਹ ਸਮਾਵੇਸ਼ ਹੁੰਦੀਆਂ ਨਜ਼ਰ ਆਉਂਦੀਆਂ। ਸਾਰੀਆਂ ਉਹਨਾਂ ਦੀਆਂ ਕਹਾਣੀਆਂ, ਸਾਰੀ ਉਹਨਾਂ ਦੀ ਆਈਡੀਓਲੋਜੀ ਜਿਹੜੀ ਆ ਉਹ ਇੱਕੋ ਹੀ ਲਾਈਨ ਦੇ ਵਿੱਚ ਸਿਮਟਦੀ ਹੋਈ ਨਜ਼ਰ ਆਉਂਦੀ ਆ। ਉਹ ਜਿਹੜੀ ਲਾਈਨ ਹੈਗੀ ਆ ਉਹ ਹੈਗੀ ਆ ਮੋਦੀ ਦੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਉਹ ਬਿਲਕੁਲ ਪੀਕ ਤੇ ਨਜ਼ਰ ਆਉਂਦੇ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਵੱਡੇ ਰਣਨੀਤੀਕਾਰ ਜਿਹੜੇ ਨੇ PK, ਉਹ ਵੀ ਇਹ ਗੱਲ ਕਹਿੰਦੇ ਨੇ ਕਿ ਬੀਜੇਪੀ ਜਿਹੜੀ ਆ ਉਹ ਸੈਂਟਰ ਸਟੇਜ ਦੇ ਵਿੱਚ ਰਹੂਗੀ, ਉਹਨੂੰ ਛੇਤੀ ਹਾਸ਼ੀਏ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਪਰ ਇਹ ਗੱਲ ਦੇਖਣੀ ਬਣੇਗੀ ਕਿ ਜੇਕਰ ਤੁਹਾਡੀ ਆਈਡੀਓਲੋਜੀ ਜਿਹੜੀ ਆ ਉਹ ਤੰਗ ਦਿਲੀ ਵਾਲੀ ਹੋ ਜਾਂਦੀ ਆ, ਜੇਕਰ ਤੁਹਾਡੇ ਲੋਕ ਕਿਸੇ ਦੂਸਰੇ ਧਰਮ ਦੇ ਲੋਕਾਂ ਨੂੰ ਮਾਰ ਕੇ ਮੁਕਾਉਣ ਦੀਆਂ ਗੱਲਾਂ ਕਰਦੇ ਨੇ, ਫਿਰ ਤੁਸੀਂ ਕਿੰਨੀ ਦੇਰ ਤੱਕ ਸੈਂਟਰ ਸਟੇਜ 'ਚ ਰਹਿ ਸਕਦੇ ਆ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਛੇਤੀ ਜਿਹੜੀਆਂ ਆ ਉਹ ਵੱਧਦੀਆਂ ਨੇ। ਸੋ ਵੋਟਾਂ ਪੈਣੀਆਂ ਚਾਹੀਦੀਆਂ ਨੇ, ਸਰਕਾਰਾਂ ਬਣਨੀਆਂ ਚਾਹੀਦੀਆਂ ਨੇ, ਪਰ ਜਿਹੜੀ ਆਈਡੀਓਲੋਜੀ ਆ ਉਹਦੇ ਵਿੱਚ ਜੇ ਇੱਕ ਬੈਲੈਂਸ ਰਵੇ ਤੇ ਉਹ ਜ਼ਿਆਦਾ ਚੰਗੀ ਗੱਲ ਹੈ। ਜੀ ਸ਼ਰਮਾ ਜੀ,
ਪ੍ਰਧਾਨ ਮੰਤਰੀ ਨੇ ਉਹ ਭਾਵੇਂ ਉੱਤਰਾਖੰਡ ਜਾਣ, ਭਾਵੇਂ ਗੋਆ ਜਾਂ ਫਿਰ ਪੰਜਾਬ ਆਉਣ, ਪਰ ਗੱਲ ਇਹ ਹੈ ਕਿ ਉਹ ਇਸ ਵੇਲੇ ਦੇਸ਼ ਦੇ ਮੁਖੀਆ ਨੇ। ਲੋਕਾਂ ਨੂੰ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਨੇ। ਲੋਕ ਜਿਸ ਤਰ੍ਹਾਂ ਦਾ ਚਾਹੁੰਦੇ ਨੇ ਮੁਖੀਆ ਨੂੰ ਘੱਟੋ ਘੱਟ ਉਹ ਜਿਹਾ ਤਾਂ ਜ਼ਰੂਰ ਸਾਡਾ ਐਟਮੋਸਫੀਅਰ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀਆਂ ਉਮੀਦਾਂ ਤੇ ਉਹ ਪੂਰੇ ਉਤਰ ਸਕਣ। ਸੋ ਸ਼ਰਮਾ ਜੀ, ਮੁੱਦੇ ਹੋਰ ਵੀ ਬਹੁਤ ਨੇ ਪਰ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੁਸੀਂ ਸਟੂਡੀਓ ਵਿੱਚ ਆਏ, ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।